पग पंकज बंदन, पग पंकज बंदन, सिमरो अंगद दोख निकंदन। अमरदास गुर हृदय त्यावो, हृदय त्यावो। श्री गुरु रामदास गुण गावो, श्री हरजन बिघ्नन के नासक, बिघ्नन के नासक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला जी, कृपाला। श्री गुरु गोबिंद सिंह विशाला, तरों तरा पर पुन पुन सीसा, पुन पुन सीसा। बंदों बार बार जगदीशा। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहिगुरु जी की फतेह बिघ्न विनाशन सोए। सतनाम श्री वाहिगुरु साहिब जी दोहरा। वाहिगुरु सुनत सिंह गुर कथा को प्रेम साथ पुलकात। पीवत अमृत तृप्त न है रुच चौगुन उपजात। सुनत सिंह गुर कथा को प्रेम साथ पुलकात। सच्चे पातशाह गरीब नवाज दीन दुनिया दे मालक, चबर छतर तखत दे मालक, समरथ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख स्वरूप सच्चे पातशाह दासां गरीबां सिखां सेवकां दे उत्ते किरपा करन वाले, दया करन वाले, रहमतां करन वाले, बख्शिशां करन वाले, धन धन अंतरजामी सच्चे पातशाह धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के कहो जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु गरीब नवाज साहिब जी ने किरपा कीती है आपां सारियां नूं अपने चरनां विच बहण दा मौका बख्शिश कीता है। मेरे सतगुरु गरीब नवाज साहिब जी का बेअंत वार शुक्र है, बेअंत वार शुक्र है। जे गुरु जी किरपा ना करन संगत जी असी महाराज जी की हाजरी च नहीं बह सकते जी। सतगुरु जी ने तरस कीता है
ਮਿਹਰ ਕੀਤੀ ਹੈ, ਸਾਨੂੰ ਆਪਣੀ ਹਾਜ਼ਰੀ ਵਿੱਚ ਬਿਠਾਇਆ ਹੈ। ਆਓ ਸਾਰੀਆਂ ਸੰਗਤਾਂ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ। ਪੰਜਵੇਂ ਪਾਤਸ਼ਾਹ ਪ੍ਰਤੱਖ ਹਰ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁੰਜ, ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸੰਗਤ ਜੀ, ਕੱਲ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਕੇ ਗੁਰਸਿੱਖਾਂ ਦੇ ਅੰਦਰ ਕਿਹੋ ਕਿਹੋ ਜਿਹੀਆਂ ਤਾਕਤਾਂ ਆਈਆਂ ਜੀ। ਰਿੱਧੀਆਂ ਸਿੱਧੀਆਂ ਵੀ ਆਈਆਂ, ਬ੍ਰਹਮ ਗਿਆਨ ਦੀ ਦਾਤ ਵੀ ਮਿਲੀ ਜੀ। ਰਿੱਧੀਆਂ ਸਿੱਧੀਆਂ ਤੁਸੀਂ ਸਰਵਣ ਕੀਤੀਆਂ। ਕਿਹੋ ਕਿਹੋ ਜਿਹੀਆਂ ਤਾਕਤਾਂ ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਛੱਜਲ ਜੀ, ਭਾਈ ਕੰਧੂ ਜੀ, ਭਾਈ ਸਾਲੋ ਜੀ, ਹੋਰ ਬੇਅੰਤ ਗੁਰਸਿੱਖ, ਉਹਨਾਂ ਦੇ ਅੰਦਰ ਇਹ ਤਾਕਤਾਂ ਆਈਆਂ। ਪਰ ਗੁਰੂ ਸਾਹਿਬ ਨੇ ਜਿੱਥੇ ਤਾਕਤਾਂ ਦਿੱਤੀਆਂ, ਉੱਥੇ ਨਾਲ ਅਜਰ ਨੂੰ ਜਰਨ ਦੀ ਅਵਸਥਾ ਵੀ ਬਖਸ਼ਿਸ਼ ਕੀਤੀ ਜੀ। ਰਿੱਧੀਆਂ ਸਿੱਧੀਆਂ ਨੂੰ ਵਰਤਣਾ ਨਹੀਂ ਹੈ, ਅਜਰ ਨੂੰ ਜਰ ਕੇ ਰੱਖਣਾ ਹੈ। ਜੇ ਕੋਈ ਨਾ ਜਰੇ, ਮਹਾਰਾਜ ਔਰ ਕੋ ਤਾਕਤ ਵਾਪਸ ਵੀ ਲੈ ਲੈਂਦੇ ਆ ਜੀ। ਤੁਸੀਂ ਸੁਣਿਆ, ਕੁਝ ਸਿੱਖ ਤੇ ਮਹਾਰਾਜ ਜੀ ਦੇ ਪਿਆਰੇ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਪੱਕੇ ਰਹਿ ਪਏ ਜੀ। ਉਹਨਾਂ ਨੇ ਘਰ ਜਾਣ ਦਾ ਫੁਰਨਾ ਬਣਾਇਆ, ਉਹ ਮਹਾਰਾਜ ਜੀ ਦੇ ਚਰਨਾਂ 'ਚ ਹੀ ਰਹਿ ਪਏ ਜੀ। ਕੁਝ ਚਲੇ ਗਏ। ਸੰਗਤਾਂ ਦਰਸ਼ਨ ਕਰਨ ਵਾਸਤੇ ਬਹੁਤ ਆਉਣ ਲੱਗ ਪਈਆਂ। ਪ੍ਰਬੰਧਾਂ ਦੇ ਵਿੱਚ ਵੀ ਸਰੀਰਾਂ ਦੀ ਲੋੜ ਹੁੰਦੀ ਹੈ। ਪ੍ਰਬੰਧ ਕਰਦੇ ਗੁਰੂ ਦੇ ਪਿਆਰੇ ਪਿਆਰ ਨਾਲ ਜੀ। ਜਿਹੜੇ ਤੇ ਰੋਜ਼ ਆ ਸਕਦੇ, ਮਹਾਰਾਜ ਨੇ ਉਹਨਾਂ ਨੂੰ ਰੋਜ਼ ਆਉਣ ਲਈ ਕਿਹਾ। ਜਿਹੜੇ ਵਿਦੇਸ਼ਾਂ ਵਿੱਚ ਨੇ, 2 ਦਿਨ ਮਹਾਰਾਜ ਜੀ ਨੇ ਉਹਨਾਂ ਨੂੰ ਜ਼ਰੂਰ ਆਉਣ ਵਾਸਤੇ ਕਿਹਾ ਹੈ। ਇੱਕ ਦੀਵਾਲੀ ਤੇ ਦੂਜੀ ਵਿਸਾਖੀ ਦੀ। ਕੱਲ ਤੁਸੀਂ ਸਰਵਣ ਕੀਤੀ। 6 ਮਹੀਨਿਆਂ ਬਾਅਦ ਆਉਂਦੀ ਹੈ। 6 ਮਹੀਨੇ ਦਾ ਫਰਕ ਹੈ ਦੋਵਾਂ ਦੇ ਵਿੱਚ ਜੀ। ਦੀਵਾਲੀ ਤੇ ਵਿਸਾਖੀ ਨੂੰ 68 ਤੀਰਥ ਜਿਹੜੇ ਆ ਨਾ, ਉਹ ਵੀ ਹਰਿਮੰਦਰ ਸਾਹਿਬ ਆ ਕੇ ਇਸ਼ਨਾਨ ਕਰਦੇ ਆ ਜੀ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਆਖਿਆ, ਭਾਈ ਸਿੱਖੋ, ਦੀਵਾਲੀ ਵਾਲੇ ਦਿਨ ਤੇ ਵਿਸਾਖੀ ਵਾਲੇ ਦਿਨ ਜ਼ਰੂਰ ਆ ਕੇ ਇਸ਼ਨਾਨ ਕਰਿਆ ਕਰੋ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸੁਣਨੀ ਹੈ। ਦੂਸਰੀ ਰਾਸ ਸੰਪੂਰਨ ਹੋਈ ਤੇ ਵਾਹਿਗੁਰੂ ਸਾਧ ਸੰਗਤ ਜੀ, ਤੀਸਰੀ ਰਾਸ ਜਿਹੜੀ ਆ ਉਹ ਸ਼ੁਰੂ ਹੋਈ ਹੈ ਜੀ। ਇਸ ਗ੍ਰੰਥ ਦੀ ਪਹਿਲਾ ਅਧਿਆਏ ਹੈ। ਰਾਸ ਸ਼ੁਰੂ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਪਰਮੇਸ਼ਰ ਜੀ ਦਾ, 10 ਪਾਤਸ਼ਾਹੀਆਂ ਜੀ ਦਾ ਮੰਗਲ ਕੀਤਾ ਹੈ ਜੀ। ਸਿਫਤ ਕੀਤੀ ਹੈ। ਮੰਗਲ ਤੁਸੀਂ ਬੇਅੰਤ ਪਿੱਛੇ ਸਰਵਣ ਕੀਤੇ ਹੈ। ਇੱਕ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਕਵੀ ਸੰਤੋਖ ਸਿੰਘ ਜੀ ਨੇ ਮੰਗਲ ਲਿਖੇ ਹੈ। ਸੋ ਹੁਣ ਆਪਾਂ ਸਾਧ ਸੰਗਤ ਜੀ ਸਿੱਧੀ ਕਥਾ ਆਰੰਭ ਕਰੀਏ ਬੜੇ ਪਿਆਰ ਦੇ ਨਾਲ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੁਨਤ ਸਿੰਘ ਗੁਰ ਕਥਾ ਕੋ, ਪ੍ਰੇਮ ਸਾਥ ਪੁਲਕਾਤ। ਸਾਧ ਸੰਗਤ ਜੀ, ਜਿਵੇਂ ਤੁਸੀਂ ਇਹ ਕਥਾ ਸੁਣ ਰਹੇ ਹੋ ਨਾ ਪ੍ਰੇਮ ਨਾਲ, ਉਸੇ ਤਰ੍ਹਾਂ ਭਾਈ ਰਾਮ ਕੋਇਰ ਦੀ ਕਥਾ ਕਰਦੇ ਆ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਇਹੋ ਹੀ ਕਥਾ ਜੀ। ਤੇ ਸਿੰਘ ਪਿਆਰ ਦੇ ਨਾਲ ਕਥਾ ਸੁਣਦੇ ਆ। ਕਹਿੰਦੇ ਆ, ਜਦੋਂ ਸਿੰਘ ਗੁਰੂ ਸਾਹਿਬ ਜੀ ਦੇ ਪਿਆਰ ਵਾਲੀ ਇਹ ਕਥਾ ਪ੍ਰੇਮ ਨਾਲ ਸੁਣਦੇ ਆ ਨਾ ਜੀ, ਸੁਣਦਿਆਂ ਸੁਣਦਿਆਂ ਉਹਨਾਂ ਦੇ ਰੋਮ ਖੜੇ ਹੋ ਜਾਂਦੇ ਨੇ ਜੀ। ਹਾਂਜੀ, ਪੁਲਕਾਤ। ਪੁਲਕਾਤ ਦਾ ਅਰਥ ਹੁੰਦਾ ਲੂਹ ਕੰਡੇ ਖੜੇ ਹੋਣੇ ਜੀ।
ਸ਼ਰਧਾ ਦੇ ਵਿੱਚ ਆ ਕੇ, ਪਿਆਰ ਵਿੱਚ ਆ ਕੇ ਉਹਨਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਆ ਜੀ। ਹਾਂਜੀ, ਪੀਵਤ ਅੰਮ੍ਰਿਤ ਤ੍ਰਿਪਤ ਨਹਿ। ਉਹਨਾਂ ਦਾ ਪਤਾ ਕੀ ਜੀ ਕਰਦਾ ਜੀ, ਸਿੰਘਾਂ ਦਾ ਜੀ ਕਰਦਾ ਕਥਾ ਸੁਣੀ ਚੱਲੀਏ, ਕਥਾ ਸੁਣੀ ਚੱਲੀਏ, ਕਥਾ ਸੁਣੀ ਚੱਲੀਏ। ਕਥਾ ਸੁਣ ਸੁਣ ਕਥਾ ਰੂਪੀ ਅੰਮ੍ਰਿਤ ਨੂੰ ਛਕ ਛਕ ਰੱਜਦੇ ਹੀ ਨਹੀਂ ਜੀ ਉਹ ਜੀ। ਬੜੇ ਐਸੇ ਸਿੰਘ ਨੇ, ਮੈਨੂੰ ਇੱਕ ਗੁਰਮੁਖ ਪਿਆਰਿਆਂ ਨੇ ਦੱਸਿਆ, ਕਹਿਣ ਲੱਗੇ ਮੈਂ ਬੜਾ ਪਿੱਛੋਂ ਕਥਾ ਸੁਣਨੀ ਸ਼ੁਰੂ ਕੀਤੀ, ਹਰ ਰੋਜ਼ ਕਹਿੰਦੇ ਮੈਂ 5 ਘੰਟੇ ਤੁਹਾਡੇ ਵਾਲੀ ਇਹ ਕਥਾ ਸੁਣਦਾ, ਕਹਿਣ ਲੱਗੇ YouTube ਤੋਂ ਜੀ, ਹਰ ਰੋਜ਼ 5 ਘੰਟੇ ਜੀ। ਤੇ ਪਿੱਛੇ ਜੇ YouTube ਤੇ ਪਈ ਨਾ ਜੀ ਕਥਾ, ਹਾਂਜੀ, ਤੇ ਉਹ ਫੋਨ ਤੇ ਫੋਨ ਵੀ ਸਾਡੇ ਤੋਂ ਦਿਨ ਨਹੀਂ ਲੰਘਦੇ ਜੀ। ਕਹਿੰਦੇ ਸਿੰਘ ਕਥਾ ਸੁਣਦੇ ਆ, ਉਹਨਾਂ ਦਾ ਜੀ ਕਰਦਾ ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ। ਕਥਾ ਰੂਪੀ ਅੰਮ੍ਰਿਤ ਨੂੰ ਛਕ ਛਕ ਰੱਜਦੇ ਹੀ ਨਹੀਂ ਜੀ ਉਹ ਜੀ। ਭਾਗਾਂ ਵਾਲੇ ਨੇ ਜੀ ਉਹ। ਹਾਂਜੀ, ਰੁਚ ਚੌਗੁਣ ਉਪਜਾਤ। ਅੱਗੋਂ ਹੋਰ ਦੁੱਗਣੀ ਚੌਗੁਣੀ ਰੁਚੀ ਉਹਨਾਂ ਦੀ ਪੈਦਾ ਹੋ ਜਾਂਦੀ ਜੀ। ਹੁਣ ਅੱਗੇ ਸੱਚੇ ਪਾਤਸ਼ਾਹ ਕੀ ਕਰਨਗੇ, ਹੁਣ ਅੱਗੇ ਕੀ ਹੋਏਗਾ। ਹਾਂਜੀ, ਚੌਪਈ ਭਾਈ ਰਾਮ ਕੋਇਰ ਮੁਖ ਚੰਦ। ਕਹਿੰਦੇ ਕਿਉਂ ਨਾ ਇੰਨਾ ਉਤਸ਼ਾਹ ਵੇ। ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਹਨ। ਅਵਸਥਾ ਵਾਲੇ ਜਦੋਂ ਸਰੀਰ ਕਥਾ ਕਰਦੇ ਆ, ਸੁਣਨ ਦਾ ਜੀ ਕਰਦਾ ਹੈ। ਭਾਈ ਰਾਮ ਕੋਇਰ ਜੀ ਚੰਦ ਮੁਖ ਵਾਲੇ ਨੇ, ਭਾਵ ਬੜਾ ਅੰਮ੍ਰਿਤ ਮੁਖ ਹੈ ਉਹਨਾਂ ਦਾ। ਨਿਕਸਤ ਤਿਸ ਤੇ ਸੁਧਾ ਮਿਨੰਦ। ਕਹਿਣ ਲੱਗੇ ਉਸ ਮੁਖ ਤੋਂ ਅੰਮ੍ਰਿਤ ਦੀ ਕਥਾ ਬਾਹਰ ਆਉਂਦੀ ਹੈ ਜੀ। ਹਾਂਜੀ, ਕਈ ਬੰਦੇ ਸੰਗਤ ਜੀ ਬੋਲਦੇ ਆ, ਗੁਰੂ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਵੀ ਢਿੱਲੀਆਂ ਗੱਲਾਂ ਸਟੇਜਾਂ ਤੋਂ ਕਰਦੇ ਆ, ਉਹਨਾਂ ਦੇ ਮੁਖੋਂ ਗੱਲਾਂ ਸੁਣਨ ਨੂੰ ਜੀ ਨਹੀਂ ਕਰਦਾ ਜੀ। ਤੇ ਕਈ ਫਿਰ ਬੋਲਦੇ ਹੀ ਇੰਨਾ ਅੰਮ੍ਰਿਤ ਹੈ, ਜੀ ਕਰਦਾ ਸੁਣੀ ਚੱਲੀਏ, ਸੁਣੀ ਚੱਲੀਏ ਜੀ। ਭਾਈ ਰਾਮ ਕੋਇਰ ਜੀ ਦੇ ਮੁਖੋਂ ਕਥਾ ਜਿਹੜੀ ਹੈ ਨਾ, ਕਹਿਣ ਲੱਗੇ ਇਸ ਤਰ੍ਹਾਂ ਹੈ ਜਿਵੇਂ ਅੰਮ੍ਰਿਤ ਹੀ ਵਗ ਰਿਹਾ ਹੋਵੇ ਜੀ। ਹਾਂਜੀ, ਜਿਸ ਮਹਿ ਸਤਿਗੁਣ ਕੋ ਸਮੁਦਾਏ। ਭਾਈ ਰਾਮ ਕੋਇਰ ਜੀ ਦੇ ਵਿੱਚ ਬੜੇ ਗੁਣ ਨੇ ਜੀ, ਬਹੁਤ ਗੁਣ ਨੇ। ਤੇ ਭਾਈ ਰਾਮ ਕੋਇਰ ਜੀ ਜਿਹੜੀ ਕਥਾ ਸੁਣਾ ਰਹੇ ਆ ਨਾ, ਉਸ ਕਥਾ ਵਿੱਚ ਵੀ ਬੜੇ ਗੁਣ ਨੇ ਜੀ, ਬੜੇ ਗੁਣ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਧਰ ਹਿਰਦੇ ਜਮ ਭੇਟ ਨਾ ਪਾਏ। ਕਹਿਣ ਲੱਗੇ ਜੇ ਕੋਈ ਇਹ ਕਥਾ ਆਪਣੇ ਹਿਰਦੇ 'ਚ ਗੁਰਾਂ ਦੀ ਕਥਾ ਵਸਾ ਲਵੇ, ਜਮਾਂ ਦੇ ਰਾਹ ਤੇ ਨਹੀਂ ਜਾਣਾ ਪਏਗਾ ਜੀ। ਸੰਗਤ ਜੀ, ਕਿਸੇ ਆਮ ਪੁਰਸ਼ ਦੀ ਥੋੜੀ ਕਥਾ ਹੈਗੀ ਹੈ ਜੀ ਇਹ ਕਥਾ ਸੱਚੇ ਪਾਤਸ਼ਾਹ ਜੀ ਦੀ, ਇਹ ਕਥਾ ਸਤਿਗੁਰੂ ਜੀ ਦੀ। ਕਹਿੰਦੇ ਜਿਹੜਾ ਇਹ ਕਥਾ ਹਿਰਦੇ 'ਚ ਵਸਾ ਲੇ ਨਾ, ਉਹਨੂੰ ਜਮਾਂ ਦੇ ਰਸਤੇ ਤੇ ਨਹੀਂ ਜਾਣਾ ਪੈਂਦਾ। ਹਾਂਜੀ, ਕਹਿਤ ਸੁਨਤ ਜਿਸ ਅਨਿਕ ਮਹਾਤਮ। ਇਸ ਕਥਾ ਨੂੰ ਕਹਿਣ ਦਾ ਵੀ ਬੜਾ ਮਹਾਤਮ ਹੈ ਜੀ, ਕਥਾ ਕਰਨ ਦਾ ਬੜਾ ਮਹਾਤਮ ਹੈ ਜੀ। ਤੇ ਜਿੱਥੇ ਕਰਨ ਦਾ ਬੜਾ ਮਹਾਤਮ ਹੈ, ਉੱਥੇ ਸੁਣਨ ਦਾ ਵੀ ਬੜਾ ਮਹਾਤਮ ਹੈ। ਕਿਆ ਤਿਨ ਮਹਿਮਾ ਧਰੈ ਜੋ ਆਤਮ। ਲੋ ਕਹਿਣ ਸੁਣਨ ਦਾ ਤੇ ਮਹਾਤਮ ਹੈ ਹੀ ਹੈ ਨਾ। ਕਵੀ ਸੰਤੋਖ ਸਿੰਘ ਜੀ ਕਵੀ ਰਾਜ ਲਿਖਦੇ ਆ, ਕਹਿੰਦੇ ਆ ਫਿਰ ਜਿਹੜੇ ਹਿਰਦੇ 'ਚ ਕਥਾ ਵਸਾ ਲੈਂਦੇ, ਉਹਨਾਂ ਦੀ ਤੇ ਗੱਲ ਹੀ ਪਰਾਂ ਦੀ ਹੋ ਜਾਂਦੀ ਹੈ ਨਾ ਜੀ। ਕਰਨ ਤੇ ਸੁਣਨ ਵਾਲਿਆਂ ਨੂੰ ਭਾਗ ਲੱਗਦੇ ਆ, ਕਥਾ ਕਰਨ ਤੇ ਸੁਣਨ ਵਾਲਿਆਂ ਨੂੰ ਸਿੱਧੀ ਜੀ ਗੱਲ ਹੈਗੀ ਜੀ। ਭਾਗ ਲੱਗਣੇ ਇਹ ਤੇ ਸਤਿਗੁਰੂ ਜੀ ਦੇ ਹੱਥ ਹੈ। ਜਿੰਨਾ ਸਮਾਂ ਤੁਸੀਂ ਕਥਾ ਸੁਣਦੇ, ਸਮਾਂ ਤੇ ਸਫਲ ਹੈ ਨਾ ਜੀ। ਇਹਦਾ ਤੇ ਮੁੱਲ ਹੈਗਾ ਕਿ ਨਹੀਂ ਹੈਗਾ ਜੀ। ਕਹਿਣ ਲੱਗੇ ਜੇ ਕੋਈ ਇਹ ਕਥਾ ਹਿਰਦੇ 'ਚ ਵਸਾ ਲੇ, ਉਹਦਾ ਤੇ ਮਹਾਤਮ ਕਹਿਆ ਹੀ ਨਹੀਂ ਜਾ ਸਕਦਾ। ਹਾਂਜੀ, ਉਪਜੈ ਹੈ ਦਿਨ ਪ੍ਰਤ ਚਾਉਕ ਹਨੇਰਾ। ਭਾਈ ਰਾਮ ਕੋਇਰ ਜੀ ਕਥਾ ਸੁਣਾ ਰਹੇ ਨੇ, ਤੇ ਸੁਣਨ ਵਾਲੇ ਗੁਰਸਿੱਖਾਂ ਦੇ ਅੰਦਰ, ਸਿੰਘਾਂ ਦੇ ਅੰਦਰ ਚਾਅ ਬਣਦਾ ਜੀ। ਚਾਅ ਵੀ ਥੋੜਾ ਨਹੀਂ ਬਣਦਾ, ਕਨੇਰਾ ਬਣਦਾ ਜੀ। ਜ਼ਿਆਦਾ ਚਾਅ ਬਣਦਾ ਮਹਾਰਾਜ ਜੀ ਦੀ ਕਥਾ ਸੁਣਨ ਦਾ। ਇੱਕ ਮਨ ਹੋਏ ਸੁਨਹਿ ਕਰ ਘੇਰਾ। ਤੇ ਜਦੋਂ ਰੋਜ਼ ਸ਼ਾਮਾਂ ਨੂੰ ਭਾਈ ਰਾਮ ਕੋਇਰ ਜੀ ਨੇ ਕਥਾ ਕਰਨੀ ਨਾ, ਤੇ ਸਿੰਘਾਂ ਨੇ ਭਾਈ ਰਾਮ ਕੋਇਰ ਜੀ ਨੂੰ ਘੇਰਾ ਪਾ ਲੈਣਾ ਜੀ। ਘੇਰਾ ਪਾ ਲੈਣਾ, ਸਾਰਿਆਂ ਨੇ ਉਹਨਾਂ ਦੇ ਆਲੇ ਦੁਆਲੇ ਬੈਠ ਜਾਣਾ, ਉਹਨਾਂ ਵਿੱਚ ਘਰ ਬੈਠ ਕੇ ਕਥਾ ਕਰਨੀ, ਇੱਕ ਮਨ ਹੋ ਕੇ ਸੁਣਨਾ ਜੀ ਉਹਨਾਂ ਨੇ। ਹਾਂਜੀ, ਕਥਾ ਐਨ ਇੱਕ ਮਨ ਹੋ ਕੇ ਸੁਣਨੀ ਜੀ। ਕਥਾ ਸੁਣਨੀ ਵੀ ਭਗਤੀ 'ਚ,
ਕੀਰਤਨ ਸੁਣਨਾ ਵੀ ਭਗਤੀ ਹੈ। ਹਾਂਜੀ, ਰਾਮ ਕੋਇਰ ਗਿਰਵਰ ਕੇ ਸਮਸਰ। ਗੱਜ ਕੇ ਆਖੋ ਵਾਹਿਗੁਰੂ। ਹੁਣ ਭਾਈ ਸੰਤੋਖ ਸਿੰਘ ਜੀ ਅਲੰਕਾਰ ਬੰਨ੍ਹਦੇ ਆ, ਉਹ ਵੀ ਸੁਣ ਲਓ। ਕਹਿੰਦੇ ਰਾਮ ਕੋਇਰ ਜੀ ਹਿਮਾਲਿਆ ਪਰਬਤ ਵਰਗੇ ਆ ਜੀ। ਹਾਂਜੀ, ਗਿਰਵਰ ਹਿਮਾਲਿਆ ਦਾ ਨਾਂ ਹੈ ਜੀ। ਹਿਮਾਲਿਆ ਪਰਬਤ ਸਭ ਤੋਂ ਵੱਡਾ ਪਰਬਤ ਮੰਨਿਆ ਗਿਆ ਜੀ। ਹਾਂਜੀ, ਕਥਾ ਜੋ ਉਪਜੀ ਸਲਿਤਾ ਸੁਖ ਕਰ। ਤੇ ਜਿਵੇਂ ਹਿਮਾਲਿਆ ਪਰਬਤ ਦੇ ਵਿੱਚੋਂ ਵੱਡੀਆਂ ਵੱਡੀਆਂ ਨਦੀਆਂ ਬਾਹਰ ਆਉਂਦੀਆਂ ਨੇ, ਹਾਂਜੀ, ਉਹਦੇ ਵਿੱਚੋਂ ਆਉਂਦੀਆਂ ਨੇ ਜੀ। ਬਹੁਤੀਆਂ ਨਦੀਆਂ ਜਿਹੜੀਆਂ ਨੇ ਹਿਮਾਲਿਆ ਪਰਬਤ ਚੋਂ ਨਿਕਲਦੀਆਂ ਨੇ ਜੀ। ਕਹਿੰਦੇ ਭਾਈ ਸਾਹਿਬ ਹਿਮਾਲਿਆ ਪਰਬਤ ਵਰਗੇ ਨੇ, ਜਿਹੜੀ ਕਥਾ ਉਹਨਾਂ ਦੇ ਮੁਖੋਂ ਨਿਕਲਣ ਦੀ ਉਹ ਅੰਮ੍ਰਿਤ ਨਦੀ ਹੈ ਕਹਿਣ ਲੱਗੇ। ਹਾਂਜੀ, ਗੁਰਜਸ ਉਜਲ ਜਲ ਭਰਪੂਰਾ। ਜਿਵੇਂ ਨਦੀਆਂ ਦੇ ਵਿੱਚ ਪਾਣੀ ਹੁੰਦਾ ਨਾ ਬੜਾ ਸਾਫ਼, ਹਿਮਾਲਿਆ ਤੋਂ ਜਦੋਂ ਨਦੀਆਂ ਆਉਂਦੀਆਂ ਬਹੁਤ ਸਾਫ਼ ਹੁੰਦਾ ਪਾਣੀ ਜੀ। ਕਹਿੰਦੇ ਇਸੇ ਤਰ੍ਹਾਂ ਇਸ ਕਥਾ ਰੂਪੀ ਨਦੀ ਦੇ ਵਿੱਚ ਗੁਰਾਂ ਦਾ ਜਸ ਭਰਪੂਰ ਹੈ। ਸਤਿਗੁਰੂ ਜੀ ਦੀਆਂ ਸਿਫਤਾਂ ਹੀ ਸਿਫਤਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਪ੍ਰੇਮ ਪ੍ਰਵਾਹ ਬਿਮਲ ਵਹਰੂਰਾ। ਸੁੰਦਰ ਉਜਲ ਪ੍ਰੇਮ ਪ੍ਰਵਾਹ ਵਗ ਰਿਹਾ ਕਹਿਣ ਲੱਗੇ। ਬੜੇ ਪ੍ਰੇਮ ਨਾਲ ਇਹ ਚੱਲ ਰਹੀ ਕਥਾ। ਪ੍ਰੇਮ ਨਾਲ ਹੀ ਹੋਵੇ ਤੇ ਆਨੰਦ ਆਉਂਦਾ ਜੀ। ਹਾਂਜੀ, ਕਥਾ ਵਿੱਚ ਪ੍ਰੇਮ ਨਹੀਂ ਹੈ ਕੋਈ ਆਨੰਦ ਨਹੀਂ ਹੈਗਾ ਜੀ। ਹਾਂਜੀ, ਭ੍ਰਮ ਬੇਮੁਖਤਾ ਦਵੈਦਿਡ ਕੂਲਾ। ਤੇ ਜਿਹੜੇ ਬੰਦੇ ਦੇ ਅੰਦਰ ਭਰਮ ਹੈ ਤੇ ਬੇਮੁਖਤਾ ਹੈ ਜੀ, ਇਹ ਦੋ ਕਿਨਾਰੇ ਪੱਕੇ ਬਣੇ ਹੋਏ ਨੇ ਨਾ ਜੀ। ਹਾਂਜੀ, ਜਿਨ ਪਰ ਅਵਗੁਣ ਤਰਗਨ ਫੂਲਾ। ਭਰਮ ਤੇ ਬੇਮੁਖਤਾ ਦੇ ਕਰਕੇ ਔਗੁਣਾਂ ਦੇ ਰੁੱਖ ਬੰਦੇ ਦੇ ਜ਼ਿੰਦਗੀ 'ਚ ਉੱਗ ਗਏ ਜੀ। ਹਾਂਜੀ, ਪਠਨ ਸੁਨਨ ਬਲ ਬੇਗ ਬਿਸਾਲਾ। ਕਹਿੰਦੇ ਫਿਰ ਜਦੋਂ ਕਥਾ ਲਗਾਤਾਰ ਹੀ ਕੋਈ ਗੁਰੂ ਦਾ ਪਿਆਰਾ ਸੁਣਦਾ ਨਾ ਜੀ, ਹਾਂਜੀ, ਜਰ ਸਮੇਤ ਭਗਤਨ ਤਤਕਾਲਾ। ਤੇ ਭਰਮ ਤੇ ਬੇਮੁਖਤਾ ਵੀ ਦੂਰ ਹੋ ਜਾਂਦੀ ਹੈ, ਔਗੁਣਾਂ ਦੇ ਰੁੱਖ ਵੀ ਪੁੱਟੇ ਜਾਂਦੇ ਆ ਜੀ। ਭਰਮ ਤੇ ਬੇਮੁਖਤਾ ਦੇ ਕਿਨਾਰੇ ਦੂਰ ਹੋ ਜਾਂਦੇ ਆ, ਔਗੁਣਾਂ ਦੇ ਰੁੱਖ ਪੁੱਟੇ ਜਾਂਦੇ ਆ। ਹੁਣ ਇਹਦਾ ਤਤ ਭਾਵ ਲਿਓ, ਪਿਆਰ ਨਾਲ ਆਖੋ ਵਾਹਿਗੁਰੂ। ਵਾਹਿਗੁਰੂ। ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਾਣੀ ਵਿੱਚ ਕਥਾ ਨੂੰ ਵੀ ਅੰਮ੍ਰਿਤ ਲਿਖਿਆ ਗਿਆ ਹੈ ਜੀ। ਕਥਾ ਕਰਨ ਵਾਲਾ ਜੁੜਿਆ ਹੋਵੇ, ਕਥਾ ਅੰਮ੍ਰਿਤ ਹੈ, ਤੇ ਉਸ ਕਥਾ ਨੂੰ ਸੁਣ ਕੇ ਸਾਧ ਸੰਗਤ ਜੀ ਬਹੁਤਿਆਂ ਦੇ ਜੀਵਨ ਬਣ ਜਾਂਦੇ ਜੀ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰਦੇ ਸਨ। ਘੜਕੇ ਪਿੰਡ 'ਚ ਇੱਕ ਗੁਰਮੁਖ ਹੋਏ ਨੇ ਬਾਬਾ ਸਾਧੂ ਸਿੰਘ ਜੀ। ਉਹ ਮਹਾਂਪੁਰਖਾਂ ਦੇ ਵਿਦਿਆਰਥੀ ਸਨ। ਜੱਥੇ 'ਚ ਗਏ ਵੀ ਕਥਾ ਸੁਣਦੀ ਹੈ, ਕਿਉਂਕਿ ਮਹਾਂਪੁਰਖਾਂ ਦੀ ਕਮਾਈ ਬਹੁਤ ਹੈ। ਉਹਨਾਂ ਦਾ ਜੀਵਨ ਹੀ ਬਾਣੀ ਨਾਲ ਭਰਪੂਰ ਸੀਗਾ। ਜਦੋਂ ਉਹਨਾਂ ਮਹਾਂਪੁਰਖਾਂ ਨੇ ਬੈਰਾਗ ਦੀ ਕਥਾ ਕੀਤੀ, ਬਾਬਾ ਸਾਧੂ ਸਿੰਘ ਜੀ ਦੇ ਅੰਦਰ ਵਾਕਈ ਬੈਰਾਗ ਪੈਦਾ ਹੋ ਗਿਆ ਜੀ। ਬਸ ਫਿਰ ਸਾਰੀ ਉਮਰ ਉਹਨਾਂ ਨੇ ਦਰਿਆ ਦੇ ਕੰਢੇ ਕੁੱਲੀ ਭਾਲੀ ਤੇ ਨਾਮ ਹੀ ਜਪਿਆ ਜੀ। ਇਹ ਅਵਸਥਾ ਕਿੱਥੋਂ ਬਣੀ ਜੀ? ਕਥਾ ਸੁਣ ਕੇ ਬਣੀ ਜੀ। ਮਹਾਰਾਜ ਦਾ ਜਸ ਬੰਦੇ ਦੇ ਉੱਤੇ ਅਸਰ ਕਰਦਾ ਹੈ ਜੀ, ਅਸਰ ਕਰਦਾ ਹੈ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਭਾਈ ਰਾਮ ਕੋਇਰ ਜੀ ਕਥਾ ਕਰ ਰਹੇ ਨੇ, ਗੁਰਸਿੱਖ ਸੁਣ ਰਹੇ ਨੇ। ਉਹਨਾਂ ਦੇ ਮੁਖ ਤੋਂ ਜਦੋਂ ਕਥਾ ਹੁੰਦੀ ਸੀਗੀ, ਉਸ ਕਥਾ ਦਾ ਇੰਨਾ ਰਸ ਸੀਗਾ, ਬੰਦਿਆਂ ਦੇ ਅੰਦਰੋਂ ਔਗੁਣਾਂ ਦੇ ਬੂਟੇ ਪੁੱਟੀ ਜਾਂਦੇ ਸਨ ਜੀ, ਰੁੱਖ ਪੁੱਟੇ ਜਾਂਦੇ ਸਨ। ਭਾਵ ਕਥਾ ਬੰਦੇ ਦੇ ਅੰਦਰੋਂ ਔਗੁਣ ਦੂਰ ਕਰ ਦਿੰਦੀ ਜੀ। ਹਾਂਜੀ, ਅੰਤਮ ਕਾਮ ਪੀਰ ਨਹਿ ਦੇਈ। ਹਾਂਜੀ, ਨਿਤ ਪ੍ਰਤ ਨਿਕਟ ਹੋਏ ਜੋ ਸੇਈ। ਕਹਿਣ ਲੱਗੇ ਜਿਹੜੇ ਰਾਮ ਕੋਇਰ ਜੀ ਦੇ ਕੋਲ ਬੈਠ ਕੇ ਕਥਾ ਸੁਣਦੇ ਨਾ, ਉਹਨਾਂ ਨੂੰ ਯਮ ਅੰਤਲੇ ਸਮੇਂ ਤੰਗ ਨਹੀਂ ਕਰਦਾ ਜੀ। ਰਾਮ ਕੋਇਰ ਜੀ ਤੇ ਬਹੁਤ ਵੱਡੇ ਨੇ ਜੀ, ਬਹੁਤ ਵੱਡੇ ਨੇ ਨਾ ਜੀ ਰਾਮ ਕੋਇਰ ਜੀ, ਤੇ ਉਹ ਤੇ ਬ੍ਰਹਮ ਗਿਆਨੀ ਹੈ। ਆਪਾਂ ਇਸ ਸਥਾਨ ਤੇ ਵੇਖੀਏ, ਸਾਹਮਣੇ ਬੈਠ ਕੇ ਕਈ ਪ੍ਰੇਮੀ ਕਥਾ ਸੁਣਦੇ ਹੁੰਦੇ ਸੀਗੇ। ਕਈ ਪ੍ਰੇਮੀ ਮਾਤਾਵਾਂ ਪਿੱਛੇ ਬਹਿ ਕੇ ਕਥਾ ਸੁਣਦੇ ਸੀ। ਉਸ ਸਮੇਂ ਨਾਲ ਸਰੀਰ ਤਿਆਗ ਗਏ, ਪਰ ਉਹਨਾਂ ਨੂੰ ਦੁੱਖ ਨਹੀਂ ਹੋਏ ਸਰੀਰ ਤਿਆਗਣ ਲੱਗਿਆਂ। ਭਾਈ ਇੰਦਰਜੀਤ ਸਿੰਘ ਜੀ ਨਾਰੰਗ ਬੜਾ ਲੰਮਾ ਸਮਾਂ ਕਥਾ ਸੁਣਦੇ ਰਹੇ ਜੀ।
ਬਹੁਤ ਪ੍ਰੇਮ ਨਾਲ ਕਥਾ ਸੁਣਦੇ ਰਹੇ ਜੀ, ਤੇ ਚੁਟਕੀ 'ਚ ਸਰੀਰ ਤਿਆਗ ਦਿੱਤਾ ਜੀ ਉਹਨਾਂ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਸੰਗਤ ਜੀ, ਜਦੋਂ ਮਹਾਰਾਜ ਦਾ ਜਸ ਸੁਣੀਏ ਨਾ, ਬੰਦੇ ਦੇ ਪੁੰਨ ਬਣ ਜਾਂਦੇ ਜੀ, ਪੁੰਨ ਇਕੱਠੇ ਹੋ ਜਾਂਦੇ ਜੀ। ਕਹਿੰਦੇ ਆ ਅੰਤਮ ਸਮੇਂ ਯਮ ਰੂਪੀ ਧੁੱਪ ਪੀੜ ਬੰਦੇ ਨੂੰ ਤੰਗ ਨਹੀਂ ਕਰਦੀ ਜੀ। ਹਾਂਜੀ, ਨਿਤ ਪ੍ਰਤ ਨਿਕਟ ਹੋਏ ਜੋ ਸੇਈ, ਜਿਹੜੇ ਰੋਜ਼ ਰਾਮ ਕੋਇਰ ਜੀ ਜੈਸੇ ਗੁਰਮੁਖਾਂ ਕੋਲੋਂ ਕਥਾ ਸੁਣਦੇ ਆ। ਹਾਂਜੀ, ਰਾਮ ਕੋਇਰ ਪਰਬੀਨ ਜੋ ਮਾਲੀ, ਹਾਂਜੀ। ਕੀਰਤ ਗੁਰਨ ਸਕੇਲ ਵਿਸਾਲੀ। ਕਹਿਣ ਲੱਗੇ ਰਾਮ ਕੋਇਰ ਜੀ ਨੇ ਫਿਰ ਮਹਾਰਾਜ ਜੀ ਦੀ ਕੀਰਤੀ ਦੇ ਬਚਨ ਕੱਢ ਕੱਢ ਕੇ ਸੁਣਾਉਣੇ ਜੀ। ਬੜੇ ਚਤੁਰ ਮਾਲੀ ਨੇ, ਸਿਆਣਾ ਮਾਲੀ ਚੰਗੇ ਚੰਗੇ ਬੂਟੇ ਰੱਖਦਾ ਹੈ। ਇਸੇ ਤਰ੍ਹਾਂ ਰਾਮ ਕੋਇਰ ਜੀ ਵਧੀਆ ਵਧੀਆ ਪ੍ਰਸੰਗ ਸੁਣਾਉਂਦੇ ਸਿੱਖਾਂ ਨੂੰ ਜੀ। ਗ੍ਰੰਥ ਬਨਾਵਨ ਬਾਗ ਲਗਾਇਓ। ਕਹਿਣ ਲੱਗੇ ਆ ਜਿਹੜਾ ਗ੍ਰੰਥ ਹੈ ਨਾ, ਇਹ ਬਾਗ ਵਰਗਾ ਹੈ, ਬਾਗ ਵਰਗਾ। ਸ਼੍ਰੀ ਗੁਰਪ੍ਰਤਾਪ ਸੂਜ ਗ੍ਰੰਥ ਹੈ। ਹਾਂਜੀ, ਤਰਵਰ ਜੇਤਿਕ ਬਿਹਾਏ ਸੁਹਾਇਓ। ਕਹਿੰਦੇ ਜਿੰਨੇ ਅਧਿਆਏ ਨੇ, ਪ੍ਰਸੰਗ ਨੇ, ਉਹ ਸਮਝੋ ਰੁੱਖ ਨੇ। ਹਾਂਜੀ, ਛੰਦ ਅਨੇਕ ਪ੍ਰਕਾਰਨ ਸ਼ਾਖਾ। ਤੇ ਜਿੰਨੇ ਛੰਦ ਹੈ ਨਾ, ਉਹ ਮਨੋ ਰੁੱਖਾਂ ਦੀਆਂ ਸ਼ਾਖਾਵਾਂ ਨੇ ਜੀ। ਹਾਂਜੀ, ਤੁਕ ਬਹੁ ਪੱਤਰ ਸੰਗਨ ਸ਼ੁਭ ਭਾਖਾ। ਤੇ ਪ੍ਰਸੰਗਾਂ ਦੇ ਵਿੱਚ ਕਵਿਤਾ ਰੂਪ ਵਿੱਚ ਜਿਹੜੀਆਂ ਤੁਕਾਂ ਉਚਾਰਨ ਕੀਤੀਆਂ ਨੇ, ਉਹ ਤੁਕਾਂ ਸੰਗਣੇ ਪੱਤਿਆਂ ਵਰਗੀਆਂ ਨੇ। ਜਿਵੇਂ ਰੁੱਖ ਸਭ ਨੂੰ ਸੁੱਖ ਦਿੰਦਾ, ਇਹ ਗ੍ਰੰਥ ਵੀ ਕਹਿਣ ਲੱਗੇ ਸੁੱਖ ਦਿੰਦਾ ਸਾਰਿਆਂ ਨੂੰ। ਸੋ ਭਾਈ ਰਾਮ ਕੋਇਰ ਜੀ ਕਥਾ ਕਰ ਰਹੇ ਬੜੇ ਪ੍ਰੇਮ ਨਾਲ। ਹਾਂਜੀ, ਦੋਹਰਾ ਸਭ ਸ਼ਰੋਤਾ ਬਚ ਕਹਿਤ ਭੇ, ਹਾਥ ਜੋਰ ਹੋਏ ਦੀਨ। ਭਾਈ ਰਾਮ ਕੋਇਰ ਜੀ ਨੂੰ ਗੱਜ ਕੇ ਆਖੋ ਵਾਹਿਗੁਰੂ। ਐ ਸਾਵਧਾਨ ਹੋ ਕੇ ਭਾਈ ਰਾਮ ਕੋਇਰ ਜੀ ਨੂੰ ਸਾਰੇ ਸਰੋਤੇ ਕਹਿਣ ਲੱਗੇ, ਹੱਥ ਜੋੜ ਕੇ ਕਥਾ ਸੁਣਨ ਵਾਲੇ। ਹਾਂਜੀ, ਹਰ ਗੋਬਿੰਦ ਕੇ ਜਨਮ ਕੀ, ਕਹੋ ਕਥਾ ਪਰਬੀਨ। ਕਹਿੰਦੇ ਭਾਈ ਰਾਮ ਕੋਇਰ ਜੀ ਹੁਣ ਸਾਡੇ ਤੇ ਕਿਰਪਾ ਕਰੋ, ਜਿਵੇਂ ਹਰਮੰਦਰ ਸਾਹਿਬ ਦੀ ਕਥਾ ਸੁਣਾਈ ਹੋਵੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਵੀ ਕਥਾ ਸੁਣਾਓ। ਕਿਸ ਤਰ੍ਹਾਂ ਜਨਮ ਹੋਇਆ ਸੀਗਾ, ਕਿਵੇਂ ਖੇਡ ਵਰਤੀ ਸਾਰੀ, ਕਿਵੇਂ ਮਹਾਰਾਜ ਦਾ ਆਗਮਨ ਹੋਇਆ। ਹਾਂਜੀ, ਸੁਨ ਕੈ ਸਾਹਿਬ ਰਾਮ ਕੌਰ, ਕਹਿਤ ਭਏ ਸੁਖਦਾਏ। ਤੇ ਭਾਈ ਰਾਮ ਕੋਇਰ ਜੀ ਸਿੰਘਾਂ ਨੂੰ ਫਿਰ ਸੁਖਦਾਈ ਬਚਨ ਕਹਿਣ ਲੱਗੇ ਜੀ ਅੱਗੋਂ। ਹਾਂਜੀ, ਆਦ ਅੰਤ ਸਭ ਕਹਿਤ ਹਾਂ, ਸੁਨੋ ਕਥਾ ਮਨ ਲਾਏ। ਕਹਿੰਦੇ ਸਿੰਘੋ ਤੁਹਾਡੇ ਮੁਖੋਂ ਇਹ ਗੱਲ ਸੁਣ ਕੇ ਬੜਾ ਚੰਗਾ ਲੱਗਾ ਜੀ। ਸਰੋਤਾ ਕਵੇ ਨਾ ਜੀ ਮੈਂ ਆਹ ਕਥਾ ਸੁਣਨੀ ਹੈ, ਸੁਣਾਉਣ ਵਾਲੇ ਨੂੰ ਬੜਾ ਚਾਅ ਉਪਜਦਾ ਹੈ ਜੀ, ਵੀ ਇਹਦਾ ਧਿਆਨ ਹੈ ਵਿੱਚ ਜੀ। ਆਦ ਅੰਤ ਸਭ ਕਹਿਤ ਹੋ, ਕਹਿਣ ਲੱਗੇ ਫਿਰ ਸੁਣੋ, ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਕਥਾ ਦੱਸਦਾ ਹੈ, ਕਿਵੇਂ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਆਗਮਨ ਹੋਇਆ। ਸੁਣੋ ਕਥਾ ਮਨ ਲਾਏ। ਕਹਿੰਦੇ ਮਨ ਲਾ ਕੇ ਕਥਾ ਸੁਣਿਓ, ਪ੍ਰੇਮ ਨਾਲ ਕਥਾ ਸੁਣਿਓ। ਹਾਂਜੀ, ਜਹ ਕਹਿ ਸਿੱਖ ਗੁਰ ਸਿੱਖੀ ਹੁਤੀ, ਬਿਦਤਿਓ ਏਵ ਪ੍ਰਸੰਗ। ਜਿੱਥੇ ਕਿਥੇ ਨਹੀਂ ਉੱਥੇ ਗੁਰਸਿੱਖੀ ਫਿਰ ਬਹੁਤ ਪ੍ਰਸਿੱਧ ਹੋਈ ਜੀ ਸਮੇਂ ਨਾਲ। ਵੇਖੋ ਜਦੋਂ ਹਰਿਮੰਦਰ ਸਾਹਿਬ ਬਣਿਆ, ਬੇਅੰਤ ਸਿੱਖ ਸੰਗਤਾਂ ਗੁਰੂ ਘਰ ਵਿੱਚ ਆਉਣ ਲੱਗ ਪਈਆਂ, ਸਿੱਖੀ ਵਿੱਚ ਵਾਧਾ ਬੜਾ ਹੋਇਆ ਜੀ। ਹਾਂਜੀ, ਸਰਬ ਜਗਤ ਮੈਂ ਜਸ ਮਹਾ, ਕਰ ਹਿਸ ਉਜਲ ਰੰਗ। ਕਹਿਣ ਲੱਗੇ ਐਨ ਸਿੱਖੀ ਦਾ ਮਹਾਨ ਜਸ ਉਜਲ ਸ੍ਰੇਸ਼ਟ ਰੰਗ ਹੋ ਗਿਆ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਹੋਇਆ ਜੀ। ਹਰਿਮੰਦਰ ਸਾਹਿਬ ਸਿੱਖੀ ਦਾ ਥੰਮ ਹੈ ਜੀ। ਹਾਂਜੀ, ਕਬਿਤ ਸੁਨੇ ਦੇਸ਼ ਦੇਸ਼ ਹੂੰ ਤੇ ਆਏ ਹੈ ਅਸ਼ੇਸ਼ ਸਿੱਖ, ਭੇਟਨ ਬਸ਼ੇਸ਼ ਕੋ ਚੜਾਵੇਂ ਪਗ ਸੀਸ ਧਰ। ਹੁਣ ਫਿਰ ਕਥਾ ਸੁਣਨੀ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦੀ ਜੀ। ਇਹ ਭੂਮਿਕਾ ਵੱਜਣ ਲੱਗੀ ਹੈ। ਕਰੀ ਹੱਥ ਜੋੜ ਕੇ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪਿਆਰ ਨਾਲ ਯਾਦ ਕਰੋ ਮਹਾਰਾਜ ਨੂੰ ਤੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਦੂਰੋਂ ਦੂਰੋਂ ਸਿੱਖ ਸੰਗਤਾਂ ਸੁਣ ਸੁਣ ਕੇ ਆਉਣ ਲੱਗ ਪਈਆਂ, ਤੇ ਕੋਈ ਖਾਲੀ ਹੱਥ ਨਹੀਂ ਸੀ ਆਉਂਦਾ, ਚੜਾਵਾ ਲੈ ਕੇ ਆਉਂਦੇ ਸਨ ਸਾਰੇ। ਹਾਂਜੀ,
ਗਾਦੀ ਪੈ ਬਿਰਾਜੈ ਗੁਰ ਅਰਜਨ ਬੈਠੇ ਬੀਚ। ਗੁਰੂ ਅਰਜਨ ਦੇਵ ਮਹਾਰਾਜ ਹਰ ਰੋਜ਼ ਗੱਦੀ ਸਾਹਿਬ ਤੇ ਬੈਠਦੇ ਆ, ਹਰ ਰੋਜ਼ ਸੰਗਤਾਂ ਨੂੰ ਦਰਸ਼ਨ ਦਿੰਦੇ ਆ। ਕਰਾਮਾਤ ਪੂਰਨ ਸੁਜੋਤ ਜਗਦੀਸ਼ ਧਾਰ। ਪੂਰੀਆਂ ਕਰਾਮਾਤਾਂ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚ ਵਿਚਰ ਰਹੀਆਂ ਜੀ। ਹਾਂਜੀ, ਇਉਂ ਹੈ ਜਿਵੇਂ ਵਾਹਿਗੁਰੂ ਨੇ ਆਪ ਹੀ ਜੋਤ ਧਾਰਨ ਕੀਤੀ ਹੋਵੇ ਜੀ, ਆਪ ਹੀ ਸਰੀਰ ਧਾਰਨ ਕੀਤਾ ਹੋਵੇ। ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਜਗ ਰਹੀ ਹੈ ਜੀ। ਹਾਂਜੀ, ਬਾਂਸ਼ਤ ਕੋ ਦੇਤ ਹੈ ਆਨੰਦ ਹੂੰ ਕੋ ਹੇਤ ਹੈ। ਸਿੱਖ ਆ ਰਹੇ ਨੇ, ਨਮਸਕਾਰਾਂ ਕਰ ਰਹੇ ਨੇ। ਜੋ ਕੋਈ ਪ੍ਰੇਮੀ ਸਤਿਗੁਰੂ ਜੀ ਕੋਲੋਂ ਮੰਗਦਾ ਮਹਾਰਾਜ ਦਿੰਦੇ ਆ। ਕਹਿੰਦੇ ਆਨੰਦ ਨੂੰ ਦੇਣ ਵਾਲੇ ਨੇ ਗੁਰੂ ਅਰਜਨ ਦੇਵ ਮਹਾਰਾਜ। ਆਨੰਦ ਨਹੀਂ ਮਿਲਦਾ ਸਾਧ ਸੰਗਤ ਜੀ। ਹਾਂਜੀ, ਦੁਖਨ ਹਰ ਲੇਤ ਹੈ ਸੋ ਦਾਸਨ ਅਸੀਸ ਧਾਰ। ਗਰੀਬ ਨਵਾਜ ਆਪਣੇ ਸੇਵਕਾਂ ਨੂੰ ਆਸ਼ੀਰਵਾਦ ਦਿੰਦੇ ਆ ਤੇ ਆਸ਼ੀਰਵਾਦ ਦਿੰਦਿਆਂ ਦਿੰਦਿਆਂ ਹੀ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਨੇ ਜੀ। ਦੁੱਖ ਦੂਰ ਕਰਨੇ ਕਿਸੇ ਦੀ ਛੋਟੀ ਗੱਲ ਨਹੀਂ ਜੇ। ਸੰਸਾਰ ਦੁੱਖਾਂ ਦਾ ਘਰ ਬਣਿਆ ਹੋਇਆ ਜੀ, ਜਿਹਨੂੰ ਹੱਥ ਲਾਓ ਦੁਖੀ ਹੈਗਾ ਜੀ। ਕਿਸੇ ਦੇ ਦੁੱਖ ਦੂਰ ਕਰਨੇ ਹੋਣ, ਮਾੜੀ ਮੋਟੀ ਕਮਾਈ ਵਾਲੇ ਬੰਦੇ ਨੂੰ ਆਪ ਦੁੱਖ ਚੰਬੜ ਜਾਂਦੇ ਜੀ। ਗਰੀਬ ਨਵਾਜ ਜੀ ਦੇ ਕੋਲ ਜਿਹੜਾ ਆਉਂਦਾ ਮਹਾਰਾਜ ਉਹਦੇ ਹੀ ਦੁੱਖ ਦੂਰ ਕਰ ਦਿੰਦੇ ਜੀ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ। ਕਿਉ ਰਹਿ ਪਾਸ ਰਹਿ ਜਾਮੁ ਕੋ ਤਰਾਸ ਬਹੁ ਧਾਰੈ ਗੁਣ ਰਾਸ ਕੋ ਨਿਵਾਰੈ ਮੋਹ ਸੀਸ ਧਾਰ। ਕਈ ਤੇ ਪ੍ਰੇਮੀ ਫਿਰ ਪੱਕੇ ਹੀ ਉਹਨਾਂ ਆਪਣੀ ਜ਼ਿੰਦਗੀ ਦਾ ਬਣਾ ਲਿਆ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਛੱਡ ਕੇ ਜਾਣਾ ਹੀ ਕਿਤੇ ਨਹੀਂ ਜੀ। ਮਹਾਰਾਜ ਜੀ ਦੇ ਚਰਨਾਂ 'ਚ ਰਹਿਣਾ ਜੀ, ਚਰਨਾਂ ਵਿੱਚ ਰਹਿਣਾ। ਜਮਾਂ ਦੇ ਭੈ ਨੂੰ ਦੂਰ ਕਰਦੇ ਆ ਨਾ ਮਹਾਰਾਜ, ਫਿਰ ਗੁਣ ਦਿੰਦੇ ਆ ਸੱਚੇ ਪਾਤਸ਼ਾਹ, ਮੋਹ ਦੂਰ ਕਰ ਦਿੰਦੇ ਆ। ਸੋ ਸਿੱਖ ਮਹਾਰਾਜ ਦੇ ਕੋਲ ਹੀ ਰਹਿੰਦੇ ਜੀ ਪੱਕੇ ਜੀ, ਭਾਈ ਜੇਠਾ ਜੀ ਵਰਗੇ। ਹਾਂਜੀ, ਸੰਗਤ ਪਿਤਾ ਨੇ ਦੀਨ ਥੋੜੀ ਕਸ਼ ਆਵੈ ਤਹਾਂ। ਕਿਉਂ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਨੇ ਸਾਰੀ ਸੰਗਤ ਦਿੱਤੀ ਹੋਈ ਸੀ। ਸਾਰੀ ਸੰਗਤ ਗੁਰੂ ਅਰਜਨ ਸਾਹਿਬ ਨੂੰ ਮੱਥਾ ਟੇਕੇਗੀ। ਹਾਂਜੀ, ਪ੍ਰਿਥੀਏ ਸੋ ਮਹਾਦੇਵ ਹੇਤ ਗੁਜ਼ਰਾਨ ਕੇ। ਪਰ ਰੱਬ ਨੇ ਸਾਰਿਆਂ ਦਾ ਸੋਚਿਆ ਹੁੰਦਾ। ਬਾਬੇ ਪ੍ਰਿਥੀਏ ਦੇ ਕੋਲ ਤੇ ਬਾਬੇ ਮਹਾਦੇਵ ਕੋਲ ਵੀ ਥੋੜੇ ਥੋੜੇ ਸਰੀਰ ਜਾਂਦੇ ਸਨ। ਉਹਨਾਂ ਨੂੰ ਵੀ ਥੋੜਾ ਥੋੜਾ ਚੜਾਵਾ ਚੜਦਾ ਸੀ, ਉਹਨਾਂ ਦਾ ਗੁਜ਼ਾਰਾ ਉਹਦੇ ਨਾਲ ਚੱਲਦਾ ਸੀਗਾ। ਹਾਂਜੀ, ਕਰਾਮਾਤ ਸਾਹਿਬ ਸੋ ਏਕ ਗੁਰ ਅਰਜਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਜਿਹੜੀਆਂ ਕਰਾਮਾਤਾਂ ਦੂਜਿਆਂ 'ਚ ਨਹੀਂ ਹੈਗੀਆਂ ਜੀ। ਮਹਾਰਾਜ ਤੇ ਕਰਾਮਾਤਾਂ ਦੇ ਘਰ ਨੇ, ਬਖਸ਼ਿਸ਼ਾਂ ਦੇ ਘਰ ਨੇ। ਕਈਆਂ ਨੂੰ ਸਾਧ ਸੰਗਤ ਕਰਾਮਾਤ ਸ਼ਬਦ ਬਹੁਤ ਚੁੱਭਦਾ ਹੈ। ਕਰਾਮਾਤ ਕਹਿੰਦੇ ਕਹਿਰ ਦਾ ਨਾਮ ਹੈਗਾ। ਠੀਕ ਹੈ, ਆਪਣੀ ਵਡਿਆਈ ਵਾਸਤੇ ਕਰਾਮਾਤ ਵਿਖਾਉਣੀ ਕਹਿਰ ਦਾ ਨਾਮ ਹੈਗਾ। ਪਰ ਗੁਰੂ ਅਰਜਨ ਸਾਹਿਬ ਆਪਣੀ ਵਡਿਆਈ ਵਾਸਤੇ ਨਹੀਂ ਵਿਖਾਉਂਦੇ ਜੀ, ਦੁਨੀਆ ਦੇ ਭਲੇ ਵਾਸਤੇ ਵਿਖਾਉਂਦੇ ਜੀ। ਮਹਾਰਾਜ ਗਰੀਬ ਨਵਾਜ ਜੀ ਕੋ ਬੇਅੰਤ ਬਖਸ਼ਿਸ਼ਾਂ, ਬੇਅੰਤ ਕੌਤਕ ਹੁੰਦੇ ਗੁਰੂ ਅਰਜਨ ਸਾਹਿਬ ਜੀ ਕੋਲ ਰੋਜ਼ ਹੀ। ਹਾਂਜੀ, ਤਾਂ ਸੋ ਦਵੈਸ਼ ਨਾਠੇ ਨਹਿ ਸਕਹੀ ਪਛਾਨ ਕੈ। ਕਹਿਣ ਲੱਗੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨਾਲ ਬਾਬਾ ਪ੍ਰਿਥੀਆ ਦਵੈਸ਼ ਰੱਖਦਾ। ਕਿਉਂ? ਇਹ ਸਮਝਦਾ ਹੈ ਮੇਰਾ ਛੋਟਾ ਭਰਾ ਹੈ। ਹਾਂਜੀ, ਦਰਬ ਉਦਾਰ ਆਵੇ ਚੱਲਿਓ ਦੇਸ਼ ਚਾਰ ਹੂੰ ਤੇ ਅਨੇਕ ਪਦਾਰਥ ਅਨੂਠੇ ਗਤ ਦਾਨ ਕੇ। ਹੁਣ ਮਹਾਰਾਜ ਗਰੀਬ ਨਵਾਜ ਜੀ ਕੋਲ ਚਾਰੇ ਪਾਸਿਓਂ ਖੁੱਲਾ ਹੀ ਧਨ ਆ ਰਿਹਾ ਜੀ, ਕੋਈ ਕਮੀ ਨਹੀਂ ਹੈਗੀ ਜੀ। ਬੇਅੰਤੀ ਮਾਇਆ ਆ ਰਹੀ ਹੈ, ਅਨੇਕ ਪ੍ਰਕਾਰ ਦੇ ਪਦਾਰਥ ਆ ਰਹੇ ਆ। ਹਾਂਜੀ, ਜਰੀ ਹੂੰ ਨਾ ਜਾਏ ਜਰ ਜਾਏ ਦੁਖ ਪਾਏ ਕਰ ਹੁਤੋ ਲਾਗੂ ਭਰਾਤ ਭਇਓ ਐਸ਼ਵਰਜ ਮਹਾਨ ਕੇ। ਸਿੱਖ ਬੜੇ ਆਨੰਦ ਵਿੱਚ ਨੇ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ ਦੁੱਖ ਭੁੱਲ ਜਾਂਦੇ ਜੀ ਉਹਨਾਂ ਨੂੰ। ਪਰ ਬਾਬਾ ਪ੍ਰਿਥੀਆ ਜੀ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਲੱਗਦਾ ਜੀ। ਉਹ ਕਹਿੰਦੇ ਹੱਦ ਹੋ ਗਈ, ਮੇਰੇ ਤੋਂ ਛੋਟੇ ਨੇ, ਮੇਰੇ ਛੋਟੇ ਭਰਾ ਨੇ, ਇਹਨਾਂ ਨੂੰ ਇੰਨੇ ਸੁੱਖ ਕਿੱਥੋਂ ਮਿਲ ਰਹੇ ਨੇ। ਹਾਂਜੀ, ਕੋ ਦਿਨ ਬੀਤ ਗਏ ਗਾਦੀ ਗੁਰਤਾ ਕੀ ਲੀਏ ਮੇਲਾ ਤਬ ਆਇਓ ਮਹਾਮੇਖ ਸੰਕਰਾਂਤ ਕੋ। ਗੱਜ ਕੇ ਆਖੋ ਸਾਧ ਸੰਗਤ ਜੀ, ਮਹਾਰਾਜ ਗੁਰਤਾ ਗੱਦੀ ਤੇ ਬੈਠੇ ਆ ਗਰੀਬ ਨਵਾਜ। ਸ੍ਰੀ ਗੁਰੂ ਅਰਜਨ ਸਾਹਿਬ ਜੀ ਵੈਸਾਖੀ ਦਾ ਪੁਰਬ ਆਇਆ ਜੀ। ਕਿਹੜਾ ਪੁਰਬ ਆਇਆ? ਹਾਂ, ਮਿਲੀ ਦੂਰ ਦੂਰ ਹੂੰ ਤੇ ਸੰਗਤ ਹਜ਼ੂਰ ਗਨ। ਦੂਰੋਂ ਦੂਰੋਂ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ ਜੀ, ਕਾਬਲ ਤੋਂ, ਕੰਧਾਰ ਤੋਂ, ਬਲਖ ਤੋਂ, ਬੁਖਾਰੇ ਤੋਂ, ਪਤਾ ਨਹੀਂ ਕਿਧਰੋਂ ਕਿਧਰੋਂ, ਜਲਾਲਾਬਾਦ ਤੋਂ,
ਪੰਜਾਬ ਦੀ ਸਾਰੀ ਸੰਗਤ, ਹੋਰ ਅਰੁਣਾਚਲ, ਬੜੇ ਦੂਰੋਂ ਦੂਰੋਂ ਸੰਗਤਾਂ ਇਕੱਠੀਆਂ ਹੋਈਆਂ ਜੀ। ਹਾਂਜੀ। ਪੂਰਨ ਪਦਾਰਥ ਦਰਬ ਭੂਰ ਭਾਂਤ ਕੋ। ਫਿਰ ਸੰਗਤਾਂ ਬੇਅੰਤੀ ਪਦਾਰਥ ਮਹਾਰਾਜ ਵਾਸਤੇ ਲੈ ਕੇ ਆ ਰਹੀਆਂ, ਬੇਅੰਤੀ ਧਨ ਲੈ ਕੇ ਆ ਰਹੀਆਂ। ਸਾਧ ਸੰਗਤ ਦੀ ਮਾਇਆ ਤੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਨੂੰ ਧਿਆਉਂਦੀ ਫਿਰਦੀ ਹੈ। ਹਾਂਜੀ। ਬੈਠੇ ਗੁਰੂ ਅਰਜਨ ਹੇਰ ਕਰੈ ਅਰਜਨ, ਸਖਾ ਅਰਜਨ ਕੇ ਸਰੂਪ ਸੁਖ ਦਾਤ ਕੋ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਬੈਠੇ ਆ ਗੱਦੀ ਸਾਹਿਬ ਤੇ, ਆਪਣੇ ਸੇਵਕਾਂ ਦੀਆਂ ਅਰਜ਼ਾਂ ਨੂੰ ਸੁਣ ਰਹੇ ਨੇ, ਬੇਨਤੀਆਂ ਨੂੰ ਸੁਣ ਰਹੇ ਨੇ। ਤੇ ਜਦੋਂ ਸਿੱਖਾਂ ਦੀਆਂ ਬੇਨਤੀਆਂ ਨੂੰ ਸੁਣਦੇ ਨੇ ਤੇ ਕੱਲਾ ਭੇਟਾਵਾਂ ਹੀ ਨਹੀਂ ਲੈਂਦੇ, ਮਹਾਰਾਜ ਉਹਨਾਂ ਦੇ ਦੁੱਖ ਵੀ ਦੂਰ ਕਰਦੇ ਆ ਜੀ, ਉਹਨਾਂ ਨੂੰ ਸੁੱਖ ਦਿੰਦੇ ਗੁਰੂ ਅਰਜਨ ਸਾਹਿਬ ਜੀ। ਹਾਂਜੀ। ਭੇਟ ਧਰੈ ਆਏ ਆਏ, ਜਾਚੈ ਚਿਤ ਚਾਏ ਚਾਏ। ਸਿੱਖ ਬੜੇ ਚਾਅ ਨਾਲ ਆਉਂਦੇ ਜੀ। ਭੇਟ ਧਰੇ ਆਏ ਆਏ, ਜਾਚੈ ਚਿਤ ਚਾਏ ਚਾਏ। ਬੜੇ ਚਾਅ ਨਾਲ ਆਉਂਦੇ ਆ, ਭੇਟਾ ਰੱਖਦੇ ਮਹਾਰਾਜ ਕੋਲ। ਢੇਰ ਹੀ ਲੱਗੇ ਰਹਿੰਦੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ, ਬੜੇ ਢੇਰ ਲੱਗੇ ਰਹਿੰਦੇ ਜੀ। ਹਾਂਜੀ। ਪਾਏ ਪਾਏ ਬਰ ਕੋ ਹਰਖ ਭਰ ਜਾਤ ਕੋ। ਤੇ ਫਿਰ ਵਰ ਪਾ ਪਾ ਕੇ, ਖੁਸ਼ ਹੋ ਕੇ ਸੰਗਤਾਂ ਘਰਾਂ ਨੂੰ ਜਾਂਦੀਆਂ ਨੇ। ਜਿਹੜਾ ਵੀ ਕੋਈ ਗੁਰੂ ਅਰਜਨ ਸਾਹਿਬ ਜੀ ਜਾਂਦਾ ਹੈ, ਭਾਵ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦਾ ਹੈ, ਉਹ ਖਾਲੀ ਨਹੀਂ ਜਾਂਦਾ ਜੀ। ਮਹਾਰਾਜ ਭਰ ਦਿੰਦੇ ਆ। ਕਿਉਂ? ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੱਜ ਕੇ ਕਹਿ ਦਿਓ ਸਤਿਗੁਰ ਦੇਓ ਹਰ ਮੂਰਤ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਮਹਾਰਾਜ ਆਪ ਰੱਬ ਪਰਮੇਸ਼ਰ ਬੜੇ ਆ ਰਹੇ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕੋ ਜਿਹੜਾ ਆਉਂਦਾ ਖਾਲੀ ਨਹੀਂ ਜਾਂਦਾ ਜੀ। ਹਾਂਜੀ। ਆਇਓ ਇੱਕ ਵੇਰ ਬਾਰ, ਆਇਓ ਸਿੱਖ ਏਕ ਬਾਰ, ਜੇਵਰ ਕੋ ਲਿਆਏ ਧਰਿਓ। ਹਜੂਰ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਆਇਆ ਜੀ। ਉਹਨੇ ਬੜੇ ਬੜੇ ਜੇਵਰ ਲੈ ਕੇ ਆਂਦੇ ਜੀ, ਬਹੁਤ ਵਧੀਆ ਵਧੀਆ ਜੇਵਰ ਲੈ ਕੇ। ਜੇਵਰ ਕੀ ਹੁੰਦੇ? ਗਹਿਣੇ। ਹਾਂਜੀ। ਤੇਵਰ ਮਨੋਹਰ ਚੜਾਇਓ ਹਾਥ ਬੰਦ ਕੇ। ਤੇ ਤੇਵਰ ਹੁੰਦੇ ਨੇ ਇਸਤਰੀਆਂ ਦੇ ਕੱਪੜੇ, ਉਹਨੇ ਉਹ ਵੀ ਭੇਟਾ ਕੀਤੇ ਜੀ। ਹਾਂਜੀ। ਬਿਨਤੀ ਸੁਨਾਈ ਦੇ ਹੋ ਮੰਦਰ ਪੁਚਾਈ ਇਹੋ, ਭਾਵਨਾ ਪੂਰੇ ਹੋ ਮੇਰੀ ਦਾਨੀ ਕੋ ਆਨੰਦ ਕੇ। ਉਹਨੇ ਮਹਾਰਾਜ ਗਰੀਬ ਨਵਾਜ ਜੀ ਦੇ ਅੱਗੇ ਰੱਖ ਕੇ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਮੇਰੀ ਬੇਨਤੀ ਹੈ। ਕੀ ਮਹਾਰਾਜ ਕਹਿੰਦੇ? ਦੱਸੋ। ਮਹਾਰਾਜ ਇਹ ਸਾਰਾ ਕੁਝ ਆਪ ਜੀ ਆਪਣੇ ਮਹਿਲਾਂ ਨੂੰ ਦਿਓ। ਹਾਂਜੀ। ਕਵੀ ਸੰਤੋਖ ਸਿੰਘ ਜੀ ਨੇ ਪ੍ਰਸੰਗ, ਚਲੋ ਸਾਰੀਆਂ ਗੱਲਾਂ ਨਹੀਂ ਲਿਖੀਆਂ ਜਾਂਦੀਆਂ, ਉਂਝ ਮਹਾਰਾਜ ਜੀ ਦਾ ਵਿਆਹ ਬਿਲਗੇ ਪਿੰਡ ਵਿੱਚ ਹੋਇਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਤੇ ਜਗਤ ਮਾਤਾ ਧੰਨ ਮਾਤਾ ਗੰਗਾ ਜੀ ਦੇ ਨਾਲ ਜੀ। ਭਾਈ ਵੀਰ ਸਿੰਘ ਜੀ ਨੇ ਦੋ ਗੱਲਾਂ ਲਿਖੀਆਂ ਚ, ਚਲੋ ਇਹ ਗੱਲ ਸੁਣ ਲਿਓ, ਕਿਉਂਕਿ ਭਾਈ ਵੀਰ ਸਿੰਘ ਜੀ ਬੜੇ ਵਿਦਵਾਨ ਪੁਰਸ਼ ਨੇ। ਉਹ ਕਹਿੰਦੇ ਪਹਿਲਾਂ ਵੀ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਸੀ, ਪਰ ਜਿਸ ਭਾਗਾਂ ਵਾਲੀ ਇਸਤਰੀ ਨਾਲ ਹੋਇਆ ਸੀ ਉਹਨੇ ਛੇਤੀ ਸਰੀਰ ਤਿਆਗ ਦਿੱਤਾ ਸੀ। ਕੋਈ ਭਗਤੀ ਸੀ ਉਹਦੀ ਜੀ। ਗੁਰੂ ਅਰਜਨ ਸਾਹਿਬ ਉਹਨੂੰ ਪਤੀ ਦੇ ਰੂਪ 'ਚ ਮਿਲੇ ਜੀ। ਫਿਰ ਮਾਤਾ ਗੰਗਾ ਜੀ ਦੇ ਨਾਲ ਸਤਿਗੁਰੂ ਜੀ ਦਾ ਆਨੰਦ ਕਾਰਜ ਹੋਇਆ ਜੀ। ਇਹ ਭਾਈ ਵੀਰ ਸਿੰਘ ਜੀ ਨੇ ਲਿਖਿਆ ਜੀ। ਜਿਹਨੂੰ ਨਹੀਂ ਯਕੀਨ ਉਹ ਮੇਰੇ ਕੋਲ ਆ ਕੇ ਪੜ੍ਹ ਸਕਦਾ ਹੈ ਜੀ। ਮਾਤਾ ਗੰਗਾ ਜੀ ਦੇ ਨਾਲ ਬਿਲਗੇ ਪਿੰਡ ਵਿੱਚ ਮਹਾਰਾਜ ਗਰੀਬ ਨਵਾਜ ਜੀ ਦਾ ਆਨੰਦ ਕਾਰਜ ਹੋਇਆ। ਦਾਸ ਉਸ ਸਥਾਨ ਦੇ ਦਰਸ਼ਨ ਕਰਕੇ ਆਇਆ ਹੈ। ਮਹਾਰਾਜ ਗਰੀਬ ਨਵਾਜ ਜਦੋਂ ਗਏ ਹੈ, ਸਤਿਗੁਰੂ ਆਪਣੇ ਨਾਲ ਸਿੱਖ ਸੰਗਤਾਂ ਨੂੰ ਤੇ ਖੜਨਾ ਹੀ ਸੀ,
ਆਪ ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਭਿਖਾਰੀ, ਉਹਨਾਂ ਨੂੰ ਵੀ ਜਾਂਜੀ ਬਣਾ ਕੇ ਲੈ ਕੇ ਗਏ ਸਨ ਜੀ। ਸਾਰਿਆਂ ਨੂੰ ਨਿਹਾਲ ਕੀਤਾ ਸੀਗਾ। ਉਸ ਸਮੇਂ ਵਿਆਹ ਸਮੇਂ ਮਹਾਰਾਜ ਨੇ ਆਪਣੇ ਬਸਤਰ ਵੀ ਉਹਨਾਂ ਨੂੰ ਦਿੱਤੇ ਸਨ। ਉਹ ਬਸਤਰ ਅੱਜ ਵੀ ਬਿਲਗੇ ਪਿੰਡ ਵਿੱਚ ਸੁਭਾਏਮਾਨ ਨੇ, ਸੰਗਤਾਂ ਦਰਸ਼ਨ ਕਰਦੀਆਂ ਨੇ ਜੀ। ਔਰ ਕੋਈ ਛੋਟਾ ਸਰੀਰ ਨਹੀਂ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਮਹਾਰਾਜ ਜੀ ਦਾ ਸਰੀਰ ਖੁੱਲਾ ਡੁੱਲਾ ਸੀਗਾ ਜੀ, ਬਸਤਰਾਂ ਤੋਂ ਅੰਦਾਜ਼ਾ ਹੋ ਜਾਂਦਾ ਜੀ। ਸੋ ਉਸ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਇੱਛਾ ਹੈ ਇਹ ਗਹਿਣੇ, ਇਹ ਬਸਤਰ ਆਪ ਜੀ ਮਾਤਾ ਜੀ ਨੂੰ ਦਿਓ ਮਹਾਰਾਜ। ਹਾਂਜੀ, ਕਹਿਓ ਮਾਨ ਦਾਸ ਕੋ ਪਠਾਇਓ ਸੋ ਆਵਾਸ ਕੋ। ਆਪਣੇ ਸਿੱਖ ਦੀ ਗੱਲ ਮੰਨ ਕੇ ਉਹ ਕੱਪੜੇ ਗਹਿਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਮਹਿਲਾਂ ਵਿੱਚ ਪਹੁੰਚਾ ਦਿੱਤੇ ਜੀ। ਬਿਲੋ ਕਿਓ ਸ਼ਬ ਰਾਸ ਕੋ ਜੋ ਮੋਲ ਧਨ ਬ੍ਰਿੰਦ ਕੀ। ਹੁਣ ਉਹ ਮਹਿੰਗੇ ਬੜੇ ਸਨ ਜੀ, ਬੜੀ ਮਾਇਆ ਲੱਗੀ ਸੀਗੀ ਉਹਨਾਂ ਤੇ ਜੀ। ਹਾਂਜੀ, ਗੰਗਾ ਹਰ ਖਾਈ ਅੰਗ ਪਹਿਰੇ ਸੁਹਾਈ ਬਹੋ। ਗੁਰਤਾ ਬੜਾਈ ਜਾਨ ਕੰਤ ਬਿਲੰਦ ਕੇ। ਗੱਜ ਕੇ ਆਖੋ। ਮਾਤਾ ਗੰਗਾ ਜੀ ਨੇ ਉਹ ਬਸਤਰ ਧਾਰਨ ਕੀਤੇ, ਬੜੇ ਪ੍ਰਸੰਨ ਹੋਏ ਜੀ ਮਾਤਾ ਜੀ, ਬੜੇ ਖੁਸ਼ ਹੋਏ। ਮਹਿਸੂਸ ਹੋਇਆ ਕਿ ਵਾਕਈ ਮੇਰੇ ਪਤੀ ਜੀ ਗੁਰਤਾ ਗੱਦੀ ਦੇ ਮਾਲਕ ਨੇ ਜੀ। ਕਿਵੇਂ ਸੰਗਤਾਂ ਪਿਟਾਵਾਂ ਦੇ ਰਹੀਆਂ ਨੇ ਜੀ। ਹਾਂਜੀ, ਉਂਝ ਇਤਿਹਾਸ 'ਚ ਆਉਂਦਾ ਮਾਤਾ ਗੰਗਾ ਜੀ ਨੇ ਇੱਕ ਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ, ਸਭ ਬੀਬੀਆਂ ਨੇ ਗਹਿਣੇ ਪਾਏ, ਮੈਂ ਵੀ ਪਾਉਣਾ ਹੈ, ਮੈਂ ਵੀ ਪਾਉਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੰਗਾ ਆਮ ਇਸਤਰੀਆਂ ਗਹਿਣੇ ਪਾਉਂਦੀਆਂ ਨੇ, ਉਹਨਾਂ ਦੇ ਗਹਿਣੇ ਖਤਮ ਹੋ ਜਾਂਦੇ ਹੈ, ਗਹਿਣੇ ਖਤਮ ਹੋ ਜਾਂਦੇ ਹੈ। ਮਹਾਰਾਜ ਕਹਿੰਦੇ, ਤੁਹਾਨੂੰ ਅਸੀਂ ਗਹਿਣਾ ਦਈਏ? ਕਹਿੰਦੇ, ਹਾਂ ਮਹਾਰਾਜ ਗਹਿਣਾ ਹੀ ਤੇ ਮੰਗ ਰਹੀ ਹਾਂ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਗੰਗਾ ਜੀ ਲਓ ਫਿਰ ਤੁਹਾਨੂੰ ਗਹਿਣਾ ਦਿੰਦੇ ਆ। ਮਾਤਾ ਗੰਗਾ ਜੀ ਨੂੰ ਸਾਹਮਣੇ ਬਿਠਾ ਕੇ ਗੁਰੂ ਅਰਜਨ ਸਾਹਿਬ ਜੀ ਨੇ 52 ਅੱਖਰੀ ਬਾਣੀ ਉਚਾਰਨ ਕੀਤੀ ਜੀ। ਗਹਿਣਾ ਡੱਬੀ 'ਚ ਬੰਦ ਕਰੀਦਾ ਹੈ ਨਾ। ਇੱਕ ਉੱਪਰ ਵਾਲਾ ਜਿਹੜਾ ਸ਼ਲੋਕ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਇੱਥੋਂ ਸ਼ੁਰੂ ਹੁੰਦਾ ਜੀ ਉਹ ਸ਼ਲੋਕ। ਸਾਰੀ ਬਾਣੀ ਉਚਾਰ ਕੇ ਫਿਰ ਇਹ ਵੀ ਇਹੋ ਸ਼ਲੋਕ ਦੁਬਾਰਾ ਲਿਖਿਆ ਮਹਾਰਾਜ ਨੇ। ਔਰ ਲਿਖਿਆ, ਇਹੋ ਸ਼ਲੋਕ ਆਦ ਅੰਤ ਪੜ੍ਹਨਾ ਬਾਣੀ ਵਿੱਚ। ਮਹਾਰਾਜ ਕਹਿੰਦੇ ਡੱਬਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆ ਲਓ 52 ਅੱਖਰੀ ਬਾਣੀ ਤੁਹਾਡਾ ਗਹਿਣਾ ਹੈ। ਦੁਨੀਆ ਦੀਆਂ ਔਰਤਾਂ ਬਿਨਸ ਜਾਂਦੀਆਂ, ਉਹਨਾਂ ਦੇ ਗਹਿਣੇ ਵੀ ਨਾਸ ਹੋ ਜਾਂਦੇ ਹੈ। ਬਾਣੀ ਦਾ ਗਹਿਣਾ ਤੁਹਾਨੂੰ ਦੇਣ ਲੱਗੇ, ਇਹਨੇ ਖਤਮ ਨਹੀਂ ਹੋਣਾ ਕਹਿਣ ਲੱਗੇ। ਗਹਿਣਾ ਮਹਾਰਾਜ ਨੇ ਦਿੱਤਾ ਸੀ। ਮੈਨੂੰ ਗਹਿਣੇ ਤੋਂ ਚੇਤਾ ਆ ਗਿਆ ਜੀ। ਇਹ ਪੁਰਾਣੀਆਂ ਬਾਈਆਂ, ਇਹ ਬਾਣੀ 52 ਅੱਖਰੀ ਕੰਠ ਹੁੰਦੀ। ਹੁਣ ਤੇ ਪੜ੍ਹਦਾ ਹੀ ਨਹੀਂ ਕੋਈ, ਨਿਤਨੇਮ ਹੀ ਨਹੀਂ ਕਰਦਾ ਇਸ ਬਾਣੀ ਦਾ। ਮੈਂ ਆਪਣੇ ਸਮੇਤ ਗੱਲ ਕਰਦਾ। ਉਹਨਾਂ ਨੂੰ 52 ਅੱਖਰੀ ਬਾਣੀ ਕੰਠ ਹੁੰਦੀ ਸੀਗੀ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗਹਿਣੇ ਭੇਜੇ ਆ, ਬਸਤਰ ਭੇਜੇ ਆ, ਮਾਤਾ ਗੰਗਾ ਜੀ ਨੇ ਬਸਤਰ ਪਾ ਲਏ ਆ, ਬੜੀ ਖੁਸ਼ੀ ਮਹਿਸੂਸ ਕੀਤੀ ਮਾਤਾ ਜੀ ਨੇ ਜੀ। ਹਾਂਜੀ, ਸਵਈਆ ਸੰਗਤ ਬ੍ਰਿੰਦ ਬਿਦਾ ਕਰ ਦੀਨ, ਦੀਏ ਸਿਰ ਪਾਓ ਜਥੋ ਚਿਤ ਜਾਣੇ। ਵਿਸਾਖੀ ਦਾ ਖੂਬ ਮੇਲਾ ਭਰਿਆ, ਕਥਾ ਹੋਈ, ਕੀਰਤਨ ਹੋਇਆ, ਲੰਗਰ ਲੱਗੇ, ਦਰਸ਼ਨ ਹੋਏ, ਸੰਗਤਾਂ ਦੇ ਦੁੱਖ ਕੱਟੇ ਗਏ ਹੈ। ਮਹਾਰਾਜ ਨੇ ਮੇਲਾ ਵਿਦਾ ਕੀਤਾ ਜੀ। ਸਰੋਪੇ ਦਿੱਤੇ ਸੱਚੇ ਪਾਤਸ਼ਾਹ ਜੀ ਨੇ ਜਾਣ ਲੱਗਿਆਂ ਸਭ ਨੂੰ। ਕੇਤਕ ਪੈ ਬਹੁ ਕੀਨ ਖੁਸ਼ੀ, ਧਨ ਪੂਤਨ ਕੇ ਜੋ ਮਨੋਰਥ ਠਾਨੇ। ਕਈਆਂ ਨੇ ਮਾਇਆ ਮੰਗੀ, ਕਈਆਂ ਨੇ 30 ਪੁੱਤਰ ਮੰਗੇ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਸਭ ਕੁਝ ਦਿੱਤਾ। ਸ਼੍ਰੀ ਗੁਰ ਅੰਤ ਸਹਾਇਕ ਹੋਵੋ ਹੋ, ਕੇਤਕ ਨ ਇਹ ਭਾਂਤ ਬਖਾਨੇ। ਮੇਲਾ ਤੋਰ ਰਹੇ ਨੇ ਸੱਚੇ ਪਾਤਸ਼ਾਹ। ਤੇ ਇੱਕ ਸਿੱਖ, ਕਈ ਸਿੱਖਾਂ ਨੇ ਕਿਹਾ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡੇ ਅੰਤਮ ਸਮੇਂ ਸਾਡੀ ਸਹਾਇਤਾ ਕਰਿਓ। ਮਹਾਰਾਜ ਉਹਨਾਂ ਤੇ ਇਹ ਕਿਰਪਾ ਕਰ ਰਹੇ ਨੇ। ਹਾਂਜੀ, ਕੇਤਕ ਕੋ ਸਤ ਨਾਮ ਲਗਾਇਓ, ਕੇਤਕ ਗਿਆਨ ਕੇ ਕੀਨ ਮਹਾਨੇ। ਕਈਆਂ ਨੂੰ ਫਿਰ ਸਿਮਰਨ ਦੀ ਦਾਤ ਦਿੱਤੀ ਮਹਾਰਾਜ ਨੇ।
ਕਈਆਂ ਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਜਿਤੜੇ ਫਲ ਮਨ ਬਾਂਛੀਆਂ ਹੈ ਤਿਤੜੇ ਸਤਿਗੁਰ ਪਾਸ। ਜਿਨੇ ਜੋ ਜੋ ਮੰਗਿਆ ਸਤਿਗੁਰੂ ਜੀ ਨੇ ਦਿੱਤਾ। ਭਾਂਤ ਅਨੇਕਨ ਕੇਰ ਮਨੋਰਥ ਸਿੱਖਣ ਕੇ ਸਭ ਪੂਰਨ ਕੀਨੇ। ਅਨੇਕਾਂ ਸਿੱਖਾਂ ਦੇ ਮਨੋਰਥ ਅਨੇਕਾਂ ਹੀ ਸਨ। ਮਹਾਰਾਜ ਨੇ ਅਨੇਕਾਂ ਦੇ ਮਨੋਰਥ ਪੂਰੇ ਕੀਤੇ। ਜਾਤ ਪਏ ਨਿਜ ਤਾਮਨ ਕੋ ਅਭਿਰਾਮ ਕਹੈ ਜਸ ਕੋ ਰਸ ਪੀਨੇ। ਸੋ ਸਾਧ ਸੰਗਤ ਜੀ ਸਿੱਖ ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ ਵਾਪਸ ਜੀ। ਹਾਂਜੀ। ਸੁੰਦਰ ਰੂਪ ਸੁਸ਼ੀਲ ਮਹਾਬਾਰ ਦੇਤ ਉਦਾਰ ਸਮਾਨ ਨਾ ਚੀਨੇ। ਕਹਿੰਦੇ ਆ ਸਿੱਖੋ ਗੁਰੂ ਅਰਜਨ ਸਾਹਿਬ ਜੀ ਦਾ ਰੂਪ ਵੀ ਸੋਹਣਾ। ਗੁਰੂ ਅਰਜਨ ਸਾਹਿਬ ਸੁਸ਼ੀਲ ਵੀ ਨੇ, ਸ੍ਰੇਸ਼ਟ ਨੇ, ਵਰ ਦੇਣ ਵਾਲੇ ਨੇ। ਕੋਈ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਬਰਾਬਰ? ਕੱਜ ਕੇ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ। ਸ਼੍ਰੀ ਗੁਰ ਨੰਦ ਬਿਲੰਦ ਗੁਣੋਂ ਕਰ ਰੂਪ ਮੁਕੰਦ ਅਭੈ ਬਰ ਦੀਨੇ। ਹਜੂਰ ਗੁਰੂ ਰਾਮਦਾਸ ਜੀ ਦੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮੁਕਤੀ ਦੇ ਦਾਤੇ ਹਨ। ਭੈ ਰਹਿਤ ਕਰਨ ਵਾਲੀ ਅਵਸਥਾ ਸਿੱਖਾਂ ਨੂੰ ਬਖਸ਼ਿਸ਼ ਕੀਤੀ, ਵਰ ਦਿੱਤੇ ਮਹਾਰਾਜ ਨੇ। ਫੇਰ ਗਏ ਗੁਰ ਮੰਦਰ ਕੋ ਪਿਖ ਗੰਗਾ ਉਠੀ ਔਰ ਮੈਂ ਹਰ ਖਾਈ। ਸਾਰੀਆਂ ਸੰਗਤਾਂ ਨੂੰ ਵਿਦਾ ਕਰਕੇ ਜਦੋਂ ਮਹਾਰਾਜ ਘਰ ਨੂੰ ਗਏ ਨਾ ਗੁਰੂ ਕੇ ਮਹਿਲਾਂ ਨੂੰ, ਤੇ ਸਾਡੇ ਜਗਤ ਮਾਤਾ ਧੰਨ ਧੰਨ ਮਾਤਾ ਗੰਗਾ ਜੀ ਉੱਠ ਕੇ ਖਲੋ ਗਏ ਜੀ। ਬੜੇ ਪ੍ਰਸੰਨ ਹੋਏ ਆ ਮਾਤਾ ਜੀ। ਦੇਵਰ ਜ਼ੇਵਰ ਕੀ ਸਭ ਬਾਤ ਸੋ ਪੁੱਛਤ ਪੀਕੇਤ ਭੇਟ ਜੋ ਆਈ। ਤੇ ਮਾਤਾ ਜੀ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਪ੍ਰਸ਼ਾਦਾ ਪਾਣੀ ਛਕਾਇਆ, ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇਹ ਬਸਤਰ ਬੜੇ ਕੀਮਤੀ ਮਹਾਰਾਜ ਲੈ ਕੇ ਆਇਆ ਕੋਈ। ਮਹਾਰਾਜ ਇਹ ਭੇਟਾ ਕਿੱਥੋਂ ਆਈ ਹੈ ਸੱਚੇ ਪਾਤਸ਼ਾਹ? ਕੀਨ ਅਜਾਇਬ ਮੋਲ ਮਹਾਨ ਕੋ ਦੇਸ਼ ਕਿਸੂ ਮਹਿ ਪਾਧਕਾਈ। ਮਹਾਰਾਜ ਇਉਂ ਲੱਗਦਾ ਜਿਵੇਂ ਬੜੇ ਕੀਮਤੀ ਨੇ, ਤੇ ਮਹਾਰਾਜ ਇਉਂ ਲੱਗਦਾ ਜਿਹਨੇ ਦਿੱਤੇ ਆ ਕੋਈ ਵੱਡਾ ਹੀ ਹਾਕਮ ਲੱਗਦਾ। ਰਾਵਰ ਕੇ ਚਰਨਾ ਬੁਝ ਕੋ ਅਰਪਿਓ ਕਰ ਭਾਵਨੀ ਸੋ ਸ਼ਬ ਪਾਈ। ਮਹਾਰਾਜ ਕਿਸੇ ਨੇ ਬਹੁਤੀ ਭਾਵਨਾ ਧਾਰਨ ਕਰਕੇ ਗਰੀਬ ਨਵਾਜ ਆਪ ਜੀ ਨੂੰ ਇਹ ਬਸਤਰ ਭੇਟਾ ਕੀਤੇ। ਤੇ ਹੁਣ ਅੱਗੋਂ ਸੁਣਿਓ, ਮਾਤਾ ਜੀ ਨੇ ਤੇ ਬਚਨ ਕਰਤਾ ਨਾ, ਗੁਰੂ ਅਰਜਨ ਸਾਹਿਬ ਜੀ ਦਾ ਬਚਨ ਸੁਣੋ ਅੱਗੋਂ। ਹਾਂਜੀ। ਕਬਿਤ ਭਏ ਨਿਜ ਭਾਰ ਜਸੋ ਆਰ ਜਾ ਸ਼ਰਵਣ ਕਰ। ਮਾਤਾ ਗੰਗਾ ਜੀ ਦੀ ਬੇਨਤੀ ਨੂੰ ਸਰਵਣ ਕਰਕੇ ਵੱਡੇ ਗੁਰੂ ਨਾਨਕ ਪ੍ਰਤਾਪ ਸਭ ਦੇਸ਼ ਕਰ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਜੀ ਸਾਡਾ ਕੁਝ ਵੀ ਨਹੀਂ ਹੈ, ਇਹ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਹੈ। ਉਹਨਾਂ ਨੂੰ ਮਾਇਆ ਆਉਂਦੀ ਹੈ, ਸਾਰੇ ਪਦਾਰਥ ਤਾਂ ਆਉਂਦੇ। ਵੇਖ ਲਓ ਸੰਗਤ ਜੀ, ਜਦੋਂ ਆਪਾਂ ਆਪਣੇ ਘਰ ਭਰੇ ਹੋਏ ਵੇਖਦੇ ਆ ਨਾ, ਹੱਥ ਜੋੜ ਕੇ ਕਿਹਾ ਕਰੋ ਮਹਾਰਾਜ ਆਪ ਜੀ ਦਾ ਹੀ ਪ੍ਰਤਾਪ ਹੈ। ਸੱਚੇ ਪਾਤਸ਼ਾਹ ਸਭ ਆਪ ਜੀ ਦਾ ਹੀ ਪ੍ਰਤਾਪ ਹੈ। ਹਾਂਜੀ। ਕਲੀ ਕਾਲ ਭਾਰੀ ਜਾਨ ਸਿੱਖੀ ਬਿਸਤਾਰੀ ਆਨ ਵਿਸ਼ੇ ਬਿਸਤਾਰੀ ਸਤਨਾਮ ਦੇ ਵਿਸ਼ੇਸ਼ ਕਰ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਬਚਨ ਸੁਣਾਉਣ ਲੱਗੇ। ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਗੰਗਾ ਜੀ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਤਾਰਿਆ ਹੀ ਬੜਾ। ਕਹਿਣ ਲੱਗੇ ਕਲਯੁਗ ਦੇ ਸਮੇਂ ਵਿੱਚ ਵਿਸ਼ੇਸ਼ ਕਰਕੇ ਪਰਮੇਸ਼ਰ ਦੇ ਨਾਮ ਰਾਹੀਂ ਦੁਨੀਆ ਨੂੰ ਤਾਰਿਆ ਉਹਨਾਂ ਨੇ। ਹਾਂਜੀ। ਆਵੇਂ ਦੂਰ ਦੂਰ ਤੇ ਉਪਾਇਨ ਕੋ ਭੂਰ ਲਿਆਏ ਪੂਰਨ ਮਨੋਰਥ ਹਦੂਰ ਮੈਂ ਅਸ਼ੇਸ਼ ਕਰ। ਤੇ ਸਾਨੂੰ ਥੋੜੀ ਕੋਈ ਪਦਾਰਥ ਆ ਰਹੇ ਨੇ, ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਪਦਾਰਥ ਆ ਰਹੇ ਨੇ। ਆਵੇਂ ਦੂਰ ਦੂਰ ਤੇ ਉਪਾਇਨ ਕੋ ਭੂਰ ਲਿਆਏ। ਦੂਰੋਂ ਦੂਰੋਂ ਆਉਂਦੇ ਆ, ਵਧੀਆ ਵਧੀਆ ਭੇਟਾਵਾਂ ਲੈ ਕੇ ਆਉਂਦੇ ਆ। ਤੇ ਪੂਰਨ ਹਦੂਰ ਪੂਰਨ ਮਨੋਰਥ ਹਦੂਰ ਮੈਂ ਅਸ਼ੇਸ਼ ਕਰ। ਉਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਹੈ। ਹਾਂਜੀ। ਕਿਨਹੂ ਕੇ ਨਾਮ ਕਰ ਆਨੇ ਨਿਜ ਧਾਮ ਹੂੰ ਤੇ ਚੀਰ ਅਬਿਰਾਮ ਧਨ ਮੁਕਤਾਤ ਬੇਸ ਕਰ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗੰਗਾ ਜੀ ਨੂੰ ਕਹਿ ਰਹੇ ਆ, ਕਹਿੰਦੇ ਆ ਵੀ ਬੇਅੰਤੀ ਸਿੱਖ ਨੇ, ਬੇਅੰਤੀ ਸਿੱਖ ਨੇ, ਤੇ ਕੋਈ ਨਾਮ ਦੀ ਦਾਤ ਲੈਣ ਆਉਂਦਾ ਹੈ, ਕੋਈ ਕੁਝ ਲੈਣ ਆਉਂਦਾ ਹੈ,
ਤੇ ਮਹਾਰਾਜ ਕਹਿੰਦੇ ਫਿਰ ਤਰ੍ਹਾਂ ਤਰ੍ਹਾਂ ਦੀਆਂ ਪਿਟਾਵਾਂ ਦੇ ਜਾਂਦੇ ਆ। ਗੰਗਾ ਜੀ ਸਾਨੂੰ ਨਹੀਂ ਆਉਂਦੀ, ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਆਉਂਦਾ ਸਾਰਾ ਕੁਝ। ਗੱਜ ਕੇ ਆਖੋ ਵਾਹਿਗੁਰੂ। ਕੌਣ ਬੰਦੇ ਨੂੰ ਪੁੱਛਦਾ ਹੈ? ਸਾਧ ਸੰਗਤ ਜੀ, ਸਤਿਗੁਰੂ ਜੀ ਨਿਮਰਤਾ ਰੱਖਣੀ ਸਿਖਾ ਰਹੇ ਹੈ। ਹਾਂਜੀ, ਮਹਿਮਾ ਉਤੰਗ ਗੁਰੂ ਨਾਨਕ ਕੀ ਸੁਣੀ ਗੰਗ। ਜਦੋਂ ਮਾਤਾ ਗੰਗਾ ਜੀ ਨੇ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ ਸੁਣਿਆ ਗੁਰੂ ਅਰਜਨ ਸਾਹਿਬ ਜੀ ਦੇ ਮੁਖੋਂ, ਮਹਾ ਪ੍ਰੇਮ ਸੰਗ ਨਮੋ ਕੀਨ ਹਾਥ ਬੰਦ ਕੇ। ਮਾਤਾ ਜੀ ਨੇ ਜੋ ਕੀਤਾ ਤੁਸੀਂ ਆਪੇ ਹੀ ਕਰ ਲਓ ਜੀ। ਮਾਤਾ ਜੀ ਪ੍ਰੇਮ ਚ ਆਏ, ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਬੜੇ ਹੀ ਪ੍ਰੇਮ ਨਾਲ ਹੱਥ ਜੋੜ ਕੇ ਨਮਸਕਾਰ ਕਰੋ, ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਾਤਾ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ। ਐਸੇ ਰਾਮਦਾਸਪੁਰ ਬਾਸ ਕੈ ਬਿਤਾਏ ਸਮੋ, ਦਾਸ ਮਿਲ ਆਸਤਰ ਪਾਸ ਹੈ ਮੁਕੰਦ ਕੇ। ਤੇ ਇਸ ਤਰੀਕੇ ਨਾਲ ਰਾਮਦਾਸਪੁਰ ਵਿੱਚ ਬੈਠ ਕੇ ਮੇਰਾਂ ਦੇ ਸਾਈਂ ਗੁਰੂ ਅਰਜਨ ਦੇਵ ਮਹਾਰਾਜ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਹਾਂਜੀ, ਜ਼ਰੀਦਾਰ ਅੰਬਰ ਪਟੰਬਰ ਸੁਹਾਏ ਬਡੋ, ਕਬ ਕਬ ਪਹਿਰੇ ਸਮੇਤ ਹੋਏ ਆਨੰਦ ਕੀ। ਗੁਰਪੁਰਬਾਂ ਵਾਲੇ ਦਿਨ, ਵਿਸ਼ੇਸ਼ ਦਿਨ, ਮਾਤਾ ਜੀ ਫਿਰ ਵਧੀਆ ਕੱਪੜੇ ਪਾਉਂਦੇ ਨੇ ਜੀ। ਹਾਂਜੀ, ਪਹਿਲੇ ਸਮੇਂ ਵਿੱਚ ਸਾਧ ਸੰਗਤ ਜੀ ਜਿਹੜੇ ਸਿੱਖ ਸਨ ਨਾ, ਉਹਨਾਂ ਨਵੇਂ ਕੱਪੜੇ ਲਿਆਉਣੇ ਤੇ ਕਹਿਣਾ ਗੁਰਪੁਰਬ ਵਾਲੇ ਦਿਨ ਪਾਉਣੇ। ਗੁਰਪੁਰਬ ਵਾਲੇ ਦਿਨ ਪਾਉਣੇ, ਸ਼ੁਰੂਆਤ ਗੁਰਪੁਰਬ ਵਾਲੇ ਦਿਨ ਕਰਨੀ। ਗੁਰਪੁਰਬ ਨੂੰ ਬਹੁਤ ਮਹਾਨ ਮੰਨਿਆ ਗਿਆ। ਹਾਂਜੀ, ਨਾਤੁਰ ਸੁਧਾਰ ਧਰੇ, ਦਾਸੀ ਜੇ ਸੰਭਾਰ ਕਰੈ। ਉਦਾਂ ਫਿਰ ਉਹਨਾਂ ਕੱਪੜਿਆਂ ਦੀ ਸਫਾਈ ਕਰਕੇ ਦਾਸੀਆਂ ਸੰਭਾਲ ਦਿੰਦੀਆਂ ਸਨ ਜੀ। ਬਚਨ ਉਚਾਰੇ ਬਨਿਓ ਲਾਗੇ ਧਨ ਬ੍ਰਿੰਦ ਕੇ। ਮਾਤਾ ਜੀ ਕਹਿੰਦੇ ਆ ਮਾਇਆ ਬਹੁਤ ਲੱਗੀ ਐ, ਸਾਂਭ ਕੇ ਰੱਖ ਦਿਓ, ਗੁਰਪੁਰਬ ਤੇ ਹੀ ਪਾਈ ਦੇ ਇਹੋ ਜਿਹੇ ਬਸਤਰ ਜੀ। ਵੇਲੋ ਗੁਰਪੁਰਬਾਂ ਤੇ ਸਿੱਖਾਂ ਨੂੰ ਵਿਆਹ ਜਿੰਨਾ ਚਾਅ ਹੁੰਦਾ ਹੈ, ਸਾਡੇ ਮਾਤਾ ਜੀ ਨੂੰ ਵੀ ਵਿਆਹ ਜਿੰਨਾ ਚਾਅ ਗੁਰਪੁਰਬ ਦਾ ਜੀ। ਹਾਂਜੀ, ਗੁਰਪੁਰਬ ਦਾ ਵਿਆਹ ਜਿੰਨਾ ਚਾਅ ਹੁੰਦਾ ਸੀਗਾ। ਹਾਂਜੀ, ਗ੍ਰੀਖਮ ਬਿਤਾਈ ਰੁੱਤ, ਬਰਖਾ ਕੀ ਆਈ ਪੁੰਨ। ਹੁਣ ਉਹ ਗਰਮੀ ਦੀ ਰੁੱਤ ਲੰਘ ਗਈ ਜੀ। ਕਿਉਂ? ਤੁਸੀਂ ਸੁਣਿਆ ਨਾ ਵਿਸਾਖੀ ਦੀ ਗੱਲ ਜੀ। ਤੇ ਉਸ ਤੋਂ ਬਾਅਦ ਵਿਸਾਖ, ਜੇਠ, ਹਾੜ, 3 ਮਹੀਨੇ ਲੰਘ ਗਏ। ਕੀ ਆ ਗਿਆ? ਸਾਉਣ ਆ ਗਿਆ। ਗ੍ਰੀਖਮ ਬਿਤਾਈ ਰੁੱਤ, ਬਰਖਾ ਕੀ ਆਈ ਪੁੰਨ। ਫਿਰ ਸਾਉਣ ਦਾ ਮਹੀਨਾ ਆ ਗਿਆ। ਹਾਂਜੀ, ਘਾਟਾ ਕੁਮਡਾਈ ਜਲ ਜਲ ਧਰ ਸ਼ੋਰ ਤੇ। ਸਾਧ ਸੰਗਤ ਦੀਆਂ ਘਟਾਵਾਂ ਚੜੀਆਂ, ਬੱਦਲ ਵਰਸਣੇ ਸ਼ੁਰੂ ਹੋਏ ਜੀ। ਝਰੀ ਮਿਟ ਗਈ ਜਬ ਦਾਸੀ ਸੁਧ ਲਈ ਤਬ, ਸਭ ਪਸ਼ਮੰਦਰ ਪਟੰਬਰ ਲੈ ਭੋਰ ਤੇ। ਹੁਣ ਉਹ ਵੀ ਸਮਾਂ ਲੰਘ ਗਿਆ। ਗੱਜ ਕੇ ਆਖੋ ਵਾਹਿਗੁਰੂ। ਮੀਂਹ ਪੈਂਦਾ ਰਿਹਾ ਜੀ। ਤੇ ਮੈਂ ਵੇਖਿਆ ਜੀ, ਰੁਮਾਲਾ ਸਾਹਿਬ ਅਸੀਂ ਰੱਖਿਆ ਸੀਗਾ ਇੱਥੇ ਅੰਦਰ, ਤੇ ਵਰਖਾ ਰੁੱਤ ਲੰਘ ਗਈ ਨਾ ਜੀ। ਤੇ ਜਦੋਂ ਖੋਲ ਕੇ ਵੇਖਿਆ, ਧੁੱਪ ਨਹੀਂ ਲਵਾਈ ਅਸੀਂ, ਉਹ ਕੀਮਤੀ ਬਣਿਆ ਸੀਗਾ, ਉਹਦੇ ਵਿੱਚ ਛੋਟੇ ਛੋਟੇ ਜਿਹੇ ਉਹ ਧੱਬੇ ਜਿਹੇ ਲੱਗ ਗਏ ਜੀ। ਹਾਂਜੀ, ਕੀਮਤੀ ਕੱਪੜਿਆਂ ਨਾਲ ਹੋ ਜਾਂਦਾ, ਸਲਾਬ ਪੈ ਜਾਂਦੀ ਜੀ, ਸਲਾਬ ਪੈ ਜਾਂਦੀ। ਹਾਂਜੀ, ਆਤਪ ਲਗਾਬੇ ਹੇਤ ਪਾਏ ਸੋ ਨਕੇਤ ਪਰ। ਸਲਾਬ ਨਾ ਲੱਗੇ, ਉਹ ਬਸਤਰਾਂ ਨੂੰ ਧੁੱਪ ਲਵਾਉਣ ਵਾਸਤੇ ਉੱਤੇ ਸੁੱਕਣੇ ਪਾਇਆ ਦਾਸੀਆਂ। ਬੈਠੀ ਹੋਵੇ ਸੁਚੇਤ ਰਾਖੇ, ਰਾਖੀ ਚਾਹੂੰ ਔਰ ਤੇ। ਦਾਸੀ ਆਪ ਲਾਗੇ ਇੱਕ ਬੈਠ ਗਈ ਵੀ ਕੱਪੜਿਆਂ ਤੇ ਕੋਈ ਜਾਨਵਰ ਹੀ ਨਾ ਆ ਕੇ ਬੈਠ ਜਾਏ। ਹਾਂਜੀ, ਬੀਥ ਕਾ ਮੈਂ ਜਾਤ ਲੋਕ ਸੁੰਦਰ ਬਿਲੋਕ ਕਰ। ਗਲੀ ਚੋਂ ਲੋਕ ਲੰਘ ਰਹੇ ਜੀ ਗੁਰੂ ਕੇ ਮਹਿਲ। ਹਾਂਜੀ, ਗਲੀਆਂ ਨੇ ਨਿੱਕੀਆਂ ਨਿੱਕੀਆਂ ਲੰਘ ਰਹੇ ਸਨ। ਲੋਕਾਂ ਦਾ ਧਿਆਨ ਉੱਤੇ ਪਏ, ਜਦੋਂ ਇੰਨੀਆਂ ਉੱਚੀਆਂ ਬਿਲਡਿੰਗਾਂ ਨਹੀਂ ਸੀ। ਧਿਆਨ ਜਦੋਂ ਪੈਂਦਾ, ਏਡੇ ਸੋਹਣੇ ਬਸਤਰ ਵੇਖਦੇ ਆ। ਹਾਂਜੀ, ਸਗਰੇ ਸਰਾਂ ਹੈ, ਸਿੱਖ ਲਿਆਇਓ ਸੁਖ ਲੋਰ ਤੇ। ਸਾਰੇ ਨਾ ਜੀ ਉਹ ਬਸਤਰਾਂ ਨੂੰ ਵੇਖ ਕੇ ਕਹਿੰਦੇ ਆ ਸਿੱਖ ਨਾ ਬੜੇ ਪ੍ਰੇਮ ਨਾਲ ਲੈ ਕੇ ਆਇਆ ਕੋਈ। ਹਾਂਜੀ, ਪ੍ਰਿਥੀਏ ਕੀ ਦਾਸੀ ਦੇਖ ਈਰਖਾ ਵਿਸ਼ੇਸ਼ ਕਰ। ਪ੍ਰਿਥੀਏ ਦੀ ਦਾਸੀ ਜੀ, ਉਹਦੀ ਘਰ ਵਾਲੀ ਨਹੀਂ ਅਜੇ, ਦਾਸੀ। ਜਿਹੜੀ ਦਾਸੀ ਹੈ ਉਹਨੇ ਵੇਖਿਆ, ਉਹਨੂੰ ਈਰਖਾ ਆਈ ਦੀ।
ਹਾਂਜੀ ਗਈ ਤਿਸ ਭਾਰ ਜਾ ਕੇ ਪਾਸ ਹੋਇ ਸੁਨਾਏ ਦੀਨ। ਉਹਨੇ ਪ੍ਰਿਥਵੀ ਦੀ ਵਹੁਟੀ ਨੂੰ ਜਾ ਦੱਸੀ ਜੀ ਇਹ ਗੱਲ ਜੀ। ਬੀਬੀਆਂ ਨੂੰ ਬੜੀ ਈਰਖਾ ਹੁੰਦੀ ਹੈ, ਖਾਸ ਕਰਕੇ ਜੇ ਦੂਜੀ ਬੀਬੀ ਕੱਪੜੇ ਵਧੀਆ ਪਾ ਲੇ ਜੀ। ਹਾਂਜੀ ਇਹ ਤੇ ਵਿਰਲੀਆਂ ਹੀ ਨੇ ਗੁਰਮੁਖ ਜਿਹੜੀਆਂ ਬਚ ਗਈਆਂ। ਹਾਂਜੀ ਤੁਮਰੀ ਦਰਾਣੀ ਕੇ ਲੁਬਾਣੀ ਸ਼ੁਭ ਚੀਰ ਹੇਰ। ਕਹਿੰਦੇ ਤੁਮਰੀ ਦਰਾਣੀ ਕੇ ਲੁਬਾਣੀ ਸ਼ੁਭ ਚੀਰ ਹੇਰ। ਕਹਿੰਦੇ ਤੇਰੀ ਦਰਾਣੀ ਦੇ ਸੋਹਣੇ ਕੱਪੜੇ ਵੇਖ ਕੇ ਆਈ ਆ। ਹਾਂਜੀ ਆਏ ਕਿਸੀ ਦੇਸ਼ ਤੇ ਵਿਸ਼ੇਸ਼ ਧਨ ਲਾਏ ਕੀਨ। ਅੱਜ ਵੀ ਬਾਹਰਲੇ ਮੁਲਕੋਂ ਚੀਜ਼ ਆਈ ਹੋਵੇ ਸਾਰੇ ਵਹਿੰਦੇ ਆ। ਉਹ ਕਹਿੰਦੀ ਬਾਹਰਲੇ ਮੁਲਕੋਂ ਆਏ ਆ। ਹਾਂਜੀ ਆਗੇ ਨਾ ਬਲੋਕੋ ਸੁਨ ਆ ਸੁਨੇ ਨੂੰ ਨਾ ਆਨ ਕਰ। ਏਡੇ ਸੋਹਣੇ ਬਸਤਰ, ਇੰਨੇ ਸੋਹਣੇ ਬਸਤਰ ਪਹਿਲਾਂ ਨਹੀਂ ਕਦੀ ਵੇਖੇ ਮੈਂ। ਕਿਹੋ ਜਿਹੇ ਹੋਣਗੇ, ਕਿੱਡੇ ਸੋਹਣੇ ਹੋਣਗੇ ਜੀ। ਕਿਸੀ ਪਾਤਸ਼ਾਹ ਟਿਗਹੁ ਹੈ ਕਿ ਦੋਨਾ ਹੈ ਚੀਲ। ਇੰਜ ਲੱਗਦਾ ਇਹੋ ਜਿਹੇ ਬਸਤਰ ਤੇ ਕਿਸੇ ਰਾਜੇ ਮਹਾਰਾਜੇ ਕੋਈ ਵੀ ਨਾ ਹੋਣ, ਇੰਨੀ ਮਾਇਆ ਲੱਗੀ ਹੈ। ਹਾਂਜੀ ਉਪਰ ਪਰੇ ਹੈ ਮਹਾਦਮਕ ਪਰੇ ਹੈ। ਤੁਸੀਂ ਵੀ ਵੇਖ ਲਓ ਉੱਪਰ ਪਏ ਚ ਸੁੱਕਣੇ ਚਮਕਾਂ ਮਾਰਨ ਦਾ। ਚਾਰ ਕੈਸੇ ਕਿਸੂ ਕਰੇ ਹੈ ਧਰੇ ਹੈ ਭਾਵ ਬੀਨ ਬੀਨ। ਤੇ ਐਡੇ ਸੋਹਣੇ ਕਿਸੇ ਨੇ ਬਣਾਏ ਚੁਣ ਕੇ। ਹਾਂਜੀ ਸੁਨ ਕੈ ਸ਼ਰੀਕਨ ਲਗੀ ਹੈ ਮਨ ਨੀਕ ਨਾ। ਹਾਂਜੀ ਆਰੂਡੀ ਨੇ ਜਮੰਦਰ ਮੈਂ ਸੁੰਦਰ ਨਿਹਾਰਿਓ। ਗੱਜ ਕੇ ਆਖੋ। ਤੇ ਪ੍ਰਿਥਵੀ ਦੀ ਘਰ ਵਾਲੀ ਦਾ ਨਾਮ ਹੈ ਕਰਮੋ। ਉਹਨੂੰ ਸੁਣ ਕੇ ਸ਼ਰੀਕਾਚਾਰੀ ਪੈਦਾ ਹੋ ਗਈ, ਉਹਨੂੰ ਚੰਗੀ ਨਾ ਲੱਗੀ ਦੀ ਇਹ ਗੱਲ ਜੀ। ਚੜ ਗਈ ਦੀ ਆਪਣੀ ਛੱਤ ਤੇ, ਵੇਖਿਆ ਜੀ ਉਹ ਬਸਤਰ। ਹਾਂਜੀ ਸੂਰਜ ਕੀ ਜੋਤ ਸੰਗ ਏਕ ਰੰਗ ਹੋਏ ਰਹਿਓ। ਐ ਸੂਰਜ ਦੀ ਲੋ ਪਵੇ, ਧੁੱਪ ਪਵੇ, ਮਾਰੇ ਚਮਕਾਂ ਦੀ ਉਹ। ਜਰੀ ਅੰਗ ਅੰਗ ਮੈਂ ਨਾ ਜਰੀ ਜਾਏ ਜਾ ਰਿਓ। ਉਹ ਤੇ ਸਾਰਾ ਜਰੀ ਦਾ ਬਣੇ ਸੀ ਕੱਪੜੇ ਜੀ। ਇਹ ਮਾਤਾ ਨਹੀਂ ਜਰੀ ਦੀ ਹੈ। ਬੀਬੀ ਕਰਮੋ ਜੀ ਵੀ ਗੁਰੂ ਰਾਮਦਾਸ ਜੀ ਦੀ ਨੂੰਹ ਹੈ, ਪਰ ਕਰਮਾਂ ਦੀ ਆਪੋ ਆਪਣੀ ਖੇਡ ਹੈ। ਹਾਂਜੀ ਝਲਮਲ ਝਲਕਤ ਆਗ ਸਮ ਲਾਗਿਓ ਨੈਣ। ਜਿਵੇਂ ਚਿੰਗਿਆੜੇ ਹੁੰਦੇ ਚਮਕਦੇ ਆ ਨਾ, ਉਵੇਂ ਉਹਦੇ ਵਿੱਚ ਲੱਗੇ ਮੋਤੀ ਚਮਕਣ। ਬੈਨਹੂ ਨਾ ਬੋਲ ਸਕੇ ਮਾਨੋ ਉਰ ਫਾਰਿਓ। ਉਹਦਾ ਤੇ ਮਨ ਹੀ ਫਟ ਗਿਆ, ਬੋਲ ਹੀ ਨਾ ਸਕੀ ਦੀ ਬੀਬੀ ਕਰਮਾ। ਹਾਂਜੀ ਹੋਈ ਬਿਸੰਭ ਭਾਰ ਲੀਨ ਦਾ ਸੀਨੇ ਉਤਾਰ ਤਬ। ਹਾਂਜੀ ਧਾਰਤ ਉਦਾਸੀ ਮਨ ਮਾਨੋ ਕਿਤ ਹਾਰਿਓ। ਇੰਨਾ ਜ਼ਿਆਦਾ ਦੁੱਖ ਲੱਗਾ, ਇੰਨਾ ਜ਼ਿਆਦਾ ਦੁੱਖ ਲੱਗਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਬੀਬੀ ਕਰਮੋ ਵੇਖ ਕੇ ਬੇਹੋਸ਼ ਹੀ ਹੋ ਗਈ ਜੀ। ਐਡਾ ਜ਼ਿਆਦਾ ਹੀ ਦੁੱਖ ਲੱਗ ਗਿਆ ਜੀ। ਉਹ ਦਾਸੀ ਨੇ ਫੜ ਕੇ ਲਾਈ ਠਾ ਕੇ ਵੀ ਚੱਲ ਹੁਣ ਥੱਲੇ ਆ ਜਾ। ਹਾਂਜੀ ਇੰਨਾ ਹੀ ਉਹਨੂੰ ਦੂਜੇ ਦੇ ਕੱਪੜੇ ਵੇਖ ਕੇ ਦੁੱਖ ਲੱਗ ਗਿਆ ਜੀ। ਹਾਂਜੀ ਹੋ ਜਾਂਦਾ ਜੀ, ਇਹ ਖੇਡ ਹੀ ਇਹੋ ਜਿਹੀ ਹੈ ਜੀ। ਸੰਸਾਰ ਹੈ ਨਾ, ਪਰ ਇਹ ਨਹੀਂ ਪਤਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਹ ਨਹੀਂ ਪਤਾ ਜੀ। ਸੋ ਉਹ ਤੇ ਬੇਹੋਸ਼ੀ ਹੋ ਗਏ ਜੀ ਵੇਖ ਕੇ ਜੀ। ਫਿਰ ਦਾਸੀ ਠਾ ਕੇ ਲੈ ਕੇ ਆਈ ਹੇਠਾਂ। ਅੱਗੋਂ ਫਿਰ ਜੋ ਹੋਏਗਾ ਕੱਲ ਨੂੰ ਸਰਵਣ ਕਰਾਂਗੇ। ਗਰੀਬ ਨਵਾਜ ਕਿਰਪਾ ਕਰਨੇ। ਸਾਰੀ ਸਾਖੀ ਦਾ ਸੰਬੰਧ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦੇ ਨਾਲ ਹੈ। ਆਗਮਨ ਨਾਲ ਇਹਦਾ ਸੰਬੰਧ ਹੈ। ਸੋ ਮਹਾਰਾਜ ਗਰੀਬ ਨਵਾਜ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਪਿਆਰ ਦੇ ਨਾਲ ਇੱਕ ਵਾਰੀ ਗੁਰਬਾਣੀ ਦੀ ਪੰਕਤੀ ਪੜ੍ਹ ਲਈਏ। ਗੁਰੂ ਅਰਜਨ ਸਾਹਿਬ ਕੌਣ ਨੇ? ਪ੍ਰਤੱਖ ਹਰ ਨੇ। ਤੇ ਫਿਰ ਗੁਰਮੰਤਰ ਕਹਿ ਕੇ ਖਿਮਾ ਮੰਗਾਂਗਾ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ। ਜੋ ਅੰਮ੍ਰਿਤ ਬਚਨ ਸੁਣਾਵੇ। ਜਪੋ ਸਤਿਗੁਰ ਦੇਓ ਗੱਜ ਕੇ। ਜੋ ਜੋ ਸੁਣਾ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ। ਸਤਿਗੁਰ ਦੇਓ
ਪਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗਰੀਬ ਨਵਾਜ ਕਿਰਪਾ ਕਰਨ, ਸਾਡੇ ਤੇ ਮਿਹਰਾਂ ਕਰਨ, ਸਾਡੇ ਤੇ ਬਖਸ਼ਿਸ਼ਾਂ ਕਰਨ, ਅਸੀਂ ਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਸੁਣੀਏ, ਕਮਾ ਸਕੀਏ। ਗਰੀਬ ਨਵਾਜ ਐਸੀ ਕਿਰਪਾ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ। ਪ੍ਰੇਮ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।